ਜਿਹੜੇ ਔਗਣ ਆ, ਮਨ ਦੇ ਔਗਣ, ਉਹਨਾਂ ਨੂੰ ਖਤਮ ਕਰਨਾ। ਸ਼ਬਦ ਗੁਰੂ ਦੀ ਸੇਵਾ ਦੇ ਨਾਲ ਮਨ ਜਿਹੜਾ ਹੈ ਉਹ ਕੰਚਨ ਹੋ ਜਾਂਦਾ ਹੈ। ਕੰਚਨ ਦਾ ਭਾਵ ਸੋਨਾ ਹੋ ਜਾਂਦਾ ਹੈ, ਕਿਉਂਕਿ ਸ਼ਬਦ ਇੰਨਾ ਕੁ ਨਿਰਮਲ ਹੈ, ਸੱਚਾ ਹੈ, ਔਰ ਸਾਡੇ ਵਿੱਚ ਇੱਕ ਪਾਵਰ ਪੈਦਾ ਕਰਨ ਵਾਲੀ ਇੱਕ ਸ਼ਕਤੀ ਹੈ। ਜੇਕਰ ਤੁਸੀਂ ਸ਼ਬਦ ਦੀ ਸੇਵਾ ਨਾ ਕਰੋਗੇ ਤੇ ਤੁਹਾਡੇ ਮਨ ਦੇ ਔਗਣ ਖਤਮ ਨਹੀਂ ਹੋ ਸਕਦੇ। ਸਹਿਜ ਧੁੰਦੀ ਜੇਕਰ ਆਪਾਂ ਸੇਵਾ ਨਾ ਕਰਾਂਗੇ ਤੇ ਮਨ ਜਿਹੜਾ ਰੰਗਿਆ ਨਹੀਂ ਜਾਣਾ। ਇਸੇ ਸ਼ਬਦ ਦੇ ਨਾਲ ਸਾਡੀ ਟੁੱਟੀ ਰਹੀ, ਸਾਡੀ ਸੁਰਤੀ ਟੁੱਟੀ ਰਹੀ ਤੇ ਅਸੀਂ ਇਹਨਾਂ ਹਾਲਾਤਾਂ ਤੱਕ ਪਹੁੰਚ ਗਏ ਆ ਕਿ ਆ ਕਲਯੁਗ ਦੇ ਤੱਤੇ ਝੋਲਿਆਂ ਦੀਆਂ, ਤੱਤੀਆਂ ਹਵਾਵਾਂ ਦੀਆਂ ਅੱਜ ਸੱਟਾਂ ਸਹਿ ਰਹੇ ਆ, ਮਾਰਾਂ ਸਹਿ ਰਹੇ ਆ। ਮਹਾਰਾਜ ਸਾਨੂੰ ਸਮਝਾਉਂਦੇ ਆ, ਪਿਰੋ ਵਿਛੁੰਨੀਆਂ ਭੀ ਮਿਲੈ, ਜੇ ਸਤਿਗੁਰ ਲਾਗੈ ਸਾਚੇ ਪਾਏ। ਕਹਿੰਦੇ ਜਿਹੜੀਆਂ ਸੁਹਾਗਣਾ ਤੋਂ ਹੁਣ ਦੁਹਾਗਣਾ ਹੋ ਚੁੱਕੀਆਂ ਸੁਰਤੀਆਂ ਆ, ਜਿਹੜੇ ਮਨ ਮਾਲਕ ਤੋਂ ਵਿਛੜ ਗਏ ਆ, ਕਹਿੰਦੇ ਉਹਨਾਂ ਦਾ ਵੀ ਮਿਲਾਪ ਹੋ ਸਕਦਾ ਹੈ। ਪਿਰੋ ਵਿਛੁੰਨੀਆਂ ਭੀ ਮਿਲੈ, ਕਹਿੰਦੇ ਜਿਹੜੇ ਪਿਰ ਤੋਂ ਵਿਛੜ ਗਏ ਆ, ਮਾਲਕ ਤੋਂ ਵਿਛੜ ਗਏ ਆ, ਕਹਿੰਦੇ ਉਹਨਾਂ ਦਾ ਵੀ ਮਿਲਾਪ ਹੋ ਸਕਦਾ ਹੈ। ਕਿਵੇਂ? ਕਹਿੰਦੇ ਜੇ ਸਤਿਗੁਰ ਲਾਗੈ ਸਾਚੇ ਪਾਏ, ਜੇ ਸਤਿਗੁਰ ਦੇ ਪੈਰਾਂ ਵਿੱਚ ਪੈ ਜਾਣ, ਸਤਿਗੁਰ ਦੇ ਚਰਨਾਂ ਦੇ ਵਿੱਚ ਪੈ ਜਾਣ, ਉਹਨਾਂ ਤੋਂ ਗੁਰਮਤਿ ਲੈ ਲੈਣ, ਉਹਨਾਂ ਤੋਂ ਭੇਦ ਲੈ ਲੈਣ, ਤੇ ਫਿਰ ਉਹਨਾਂ ਦਾ ਵੀ ਮਿਲਾਪ ਹੋ ਸਕਦਾ ਹੈ। ਕਿਉਂ? ਕਹਿੰਦੇ ਸਤਿਗੁਰ ਸਦਾ ਦਿਆਲ ਹੈ, ਅਵਗਣ ਸ਼ਬਦ ਜਲਾਏ। ਔਗਣ ਸ਼ਬਦ ਜਲਾਏ, ਦੂਜਾ ਭਾਉ ਗਵਾਏ, ਸੱਚੇ ਹੀ ਸੱਚ ਰਾਤੀ। ਕਹਿੰਦੇ ਸਤਿਗੁਰ ਸਦਾ ਦਿਆਲ ਆ। ਜਦੋਂ ਤੁਸੀਂ ਸਤਿਗੁਰ ਪਾਸ ਜਾ ਕੇ ਸਮਰਪਣ ਕਰੋਗੇ, ਉਹਨਾਂ ਨੇ ਤੁਹਾਨੂੰ ਸ਼ਬਦ ਗੁਰੂ ਦੀ ਸੇਵਾ ਤੇ ਲਗਾ ਦੇਣਾ। ਜੇਕਰ ਅਸੀਂ ਸਤਿਗੁਰ ਨੂੰ ਕਹੀਏ ਨਾ ਕਿ ਸਤਿਗੁਰ ਸਾਨੂੰ ਬਖਸ਼ ਲਓ, ਤੇ ਸਤਿਗੁਰ ਬਖਸ਼ਦੇ ਕਿਵੇਂ ਹੈ? ਉਹਨਾਂ ਦੀ ਬਖਸ਼ ਹੈ, ਉਹ ਸਾਨੂੰ ਸ਼ਬਦ ਗੁਰੂ ਦੀ ਸੇਵਾ ਤੇ ਲਗਾ ਦਿੰਦੇ ਆ। ਕਿਉਂਕਿ ਸ਼ਬਦ ਨੂੰ ਸਾਰੇ ਬ੍ਰਹਿਮੰਡ ਦੇ ਵਿੱਚ ਗੁਰੂ ਦਾ ਦਰਜਾ ਹੈ, ਤੇ ਸਤਿਗੁਰ ਸਾਨੂੰ ਹੁਕਮ ਕਰਦੇ ਆ ਕਿ ਜੇਕਰ ਤੁਸੀਂ ਆਪ ਦੀਆਂ ਭੁੱਲਾਂ ਬਖਸ਼ਾਉਣੀਆਂ ਚਾਹੁੰਦੇ ਆ, ਜੇਕਰ ਤੁਸੀਂ ਹੁਣ ਮਿਲਾਪ ਕਰਨਾ ਚਾਹੁੰਦੇ ਆ, ਤੇ ਫਿਰ ਕਹਿੰਦੇ ਇਹ ਗੁਰੂ ਦੀ ਸੇਵਾ ਕਰਨੀ ਪੈਣੀ ਆ। ਕਿਉਂਕਿ ਜੋ ਸ਼ਬਦ ਗੁਰੂ ਨੇ, ਉਹਨਾਂ ਸਾਡੇ ਔਗਣ ਖਤਮ ਕਰਨੇ ਆ। ਔਗਣ ਕਿਹੜੇ ਆ ਆਪਣੇ 'ਚ? ਉਹਨਾਂ ਤਾਂ ਗਿਣਤੀ ਕੋਈ ਨਹੀਂ। ਮਹਾਰਾਜ ਕਹਿੰਦੇ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾ ਲੋਭ ਧਰੋ, ਇਆਹੂ ਜੁਗਤ ਬਿਹਾਨੇ ਕਈ ਜਨਮ। ਨਾਨਕ ਰਾਖ ਲਿਹੋ ਆਪਨ ਕਰ ਕਰਮ। ਕਹਿੰਦੇ ਤੁਸੀਂ ਹੁਣ ਰੱਖੋ ਕੋ ਐਸਾ ਕਰਮ ਦੱਸੋ, ਸਾਡੇ ਵਿੱਚ ਬੈਰ ਵਿਰੋਧ ਬਹੁਤ ਹੈ, ਕਾਮ ਕ੍ਰੋਧ ਮੋਹ ਬਹੁਤ ਹੈ, ਲੋਭ ਬਹੁਤ ਹੈ, ਝੂਠ ਬਹੁਤ ਹੈ, ਵਿਕਾਰ ਬਹੁਤ ਨੇ ਸਾਡੇ 'ਚ। ਕਹਿੰਦੇ ਬਹੁਤ ਔਗਣ ਆ ਸਾਡੇ ਵਿੱਚ। ਸਾਰੇ ਆਪੋ ਆਪ ਦੀ ਝਾਤੀ ਮਾਰ ਕੇ ਦੇਖਣਾ ਸੀ ਕਿ ਸਾਡੇ 'ਚ ਕਿੰਨੇ ਕੁ ਔਗਣ। ਸਾਡਾ ਮਾਲਕ ਦੇ ਨਾਲ ਮਿਲਾਪ ਕਿਉਂ ਨਹੀਂ ਹੋ ਰਿਹਾ? ਕਿਉਂਕਿ ਆਪਣੇ ਵਿੱਚ ਔਗਣ ਆ, ਇਸ ਕਰਕੇ ਨਹੀਂ ਮਿਲਾਪ ਹੋ ਰਿਹਾ। ਤੇ ਮਾਲਕ ਕਹਿੰਦੇ ਆ ਔਗਣਾਂ ਨੂੰ ਖਤਮ ਕਰ ਲਓ, ਤੁਹਾਡਾ ਮਿਲਾਪ ਹੋ ਜਾਏਗਾ।
ਕਿਉਂਕਿ ਜੋ ਸੱਚਾ ਪਰਮੇਸ਼ਰ ਹੈ ਉਹਦੇ ਵਿੱਚ ਕਿਸੇ ਪ੍ਰਕਾਰ ਦਾ ਕੋਈ ਵੀ ਔਗਣ ਨਹੀਂ ਹੈਗਾ। ਫਿਰ ਅਸੀਂ ਕਹਿੰਦੇ ਆ ਕਿ ਔਗਣ ਇੰਨੇ ਆ, ਇਹਨਾਂ ਨੂੰ ਖਤਮ ਕਿਵੇਂ ਕੀਤਾ ਜਾ ਸਕੇ। ਜੇਕਰ ਅਸੀਂ ਗਿਆਨ ਲੈਨੇ ਆ ਤਾਂ ਫਿਰ ਹੋਰ ਫਸ ਜਾਂਦੇ ਆ। ਜੇਕਰ ਜਤ ਸਤ ਕਰਦੇ ਆ, ਦਇਆ ਦਾਨ ਕਰਦੇ ਆ, ਸੰਜਮ ਕਰਦੇ ਆ, ਦੁਨਿਆਵੀ ਕਾਰਜ ਕਰਦੇ ਆ ਤੇ ਹੋਰ ਹਉਮੈ ਚੜ੍ਹਦੀ ਆ। ਫਿਰ ਮਹਾਰਾਜ ਕਹਿੰਦੇ ਸਤਿਗੁਰ ਸਦਾ ਦਿਆਲ ਹੈ, ਔਗਣ ਸ਼ਬਦ ਜਲਾਏ, ਔਗਣ ਸ਼ਬਦ ਜਲਾਏ ਦੂਜਾ ਭਾਉ ਗਵਾਏ, ਸੱਚੇ ਹੀ ਸੱਚ ਰਾਤੀ। ਤੁਸੀਂ ਸ਼ਬਦ ਗੁਰੂ ਦੀ ਸੇਵਾ ਕਰੋ, ਉਹ ਤੁਹਾਡੇ ਵਿੱਚੋਂ ਔਗਣ ਖਤਮ ਕਰ ਦੇਣਗੇ। ਸਾਡੇ ਅੰਦਰ ਔਗਣਾਂ ਦੀਆਂ, ਪਾਪਾਂ ਦੀਆਂ ਜਾਂ ਕਹਿ ਦਈਏ ਵਿਚਾਰਾਂ ਦੀਆਂ ਅੰਦਰ ਪਹਾੜ ਲੱਗੇ ਹੋਏ ਆ ਵੱਡੇ ਵੱਡੇ, ਜਿਨ੍ਹਾਂ ਦੇ ਉੱਤੇ ਮਨ ਬੈਠਾ ਹੋਇਆ। ਇਹ ਮਾਤਰ ਇੱਕ ਸੁਣਨਯੋਗ ਗੱਲ ਨਹੀਂ ਹੈਗੀ, ਇਹ ਸਾਰਿਆਂ ਦੇ ਅੰਦਰ ਆ। ਸਾਡੇ ਅੰਦਰ ਇੰਨੀ ਕੁ ਮੈਲ ਹੋ ਚੁੱਕੀ ਆ, ਸਾਨੂੰ ਸਮਝ ਨਹੀਂ ਆਉਂਦਾ। ਸਾਨੂੰ ਸਮਝ ਕਿਉਂ ਨਹੀਂ ਆਉਂਦਾ? ਮੈਲ ਬਹੁਤ ਜ਼ਿਆਦਾ ਹੋ ਚੁੱਕੀ ਆ। ਕਿਉਂਕਿ ਮਹਾਰਾਜ ਕੀ ਕਹਿੰਦੇ ਆ, ਹਉਮੈ ਨਾਵੇਂ ਨਾਲ ਵਿਰੋਧ ਹੈ, ਦੋਏ ਨਾ ਵਸੈ ਇੱਕ ਠਾਏ। ਹਉਮੈ ਵਿੱਚ ਸੇਵਾ ਨਾ ਹੋਵਈ ਤਾਂ ਮਨ ਬਿਰਥਾ ਜਾਏ। ਹਉਮੈ ਜਿਹੜੀ ਆ, ਮੈਂ ਮੇਰੀ, ਕੱਲਾ ਮੈਂ ਕਰਨਾ ਹੀ ਨਹੀਂ ਹਉਮੈ ਹੈਗੀ। ਹਉਮੈ ਦਾ ਦਾਇਰਾ ਬਹੁਤ ਵੱਡਾ। ਜਿਹੜੀ ਤ੍ਰਿਸ਼ਨਾਵਾਂ ਆ, ਆਸ਼ਾ ਅਭਿਲਾਸ਼ਾ ਆ, ਕਾਮ ਕ੍ਰੋਧ ਲੋਭ ਮੋਹ ਹੰਕਾਰ ਆ, ਇਹ ਸਾਰੇ ਹਉਮੈ ਦੇ ਵਿੱਚੋਂ ਨਿਕਲਦੇ ਆ। ਤੇ ਕਹਿੰਦੇ ਹਉਮੈ ਦੀ ਮੈਲ ਇੰਨੀ ਹੋ ਗਈ ਆ, ਕਹਿੰਦੇ ਹਉਮੈ ਵਿੱਚ ਹੁਣ ਤੁਸੀਂ ਸੱਚ ਦੀ ਸੇਵਾ ਨਹੀਂ ਕਰ ਸਕਦੇ। ਹਉਮੈ ਵਿੱਚ ਸੇਵਾ ਨਾ ਹੋਵੀ ਤਾਂ ਮਨ ਬਿਰਥਾ ਜਾਏ। ਫਿਰ ਇਹਦਾ ਇਲਾਜ ਕੀ ਆ? ਵੀ ਹਉਮੈ ਤੇ ਨਾਮ ਦੋ ਚੀਜ਼ਾਂ ਆ। ਨਾਮ ਅੰਦਰ ਵਸਦਾ ਨਹੀਂ ਪਿਆ ਕਿਉਂਕਿ ਹਉਮੈ ਆ, ਤੇ ਹਉਮੈ ਸੇਵਾ ਨਹੀਂ ਹੋ ਰਹੀ। ਕਹਿੰਦੇ ਹਰ ਚੇਤ ਮਨ ਮੇਰੇ ਤੂੰ, ਗੁਰ ਕਾ ਸ਼ਬਦ ਕਮਾਏ। ਹਰੀ ਨੂੰ ਚਿੱਤ ਦੇ ਵਿੱਚ ਰੱਖ ਕੇ ਗੁਰੂ ਦਾ ਸ਼ਬਦ ਕਮਾਉਣਾ ਪੈਣਾ। ਹੁਕਮ ਮੰਨੈ ਤਾਂ ਹਰ ਮਿਲੈ, ਤਾਂ ਵਿੱਚੋਂ ਹਉਮੈ ਜਾਏ। ਜਦੋਂ ਗੁਰੂ ਦਾ ਸ਼ਬਦ ਕਮਾਓਗੇ, ਸ਼ਬਦ ਗੁਰੂ ਦੇ ਹੁਕਮ ਦੇ ਵਿੱਚ ਆਓਗੇ, ਫਿਰ ਕਹਿੰਦੇ ਹੁਕਮ ਮੰਨੈ ਤਾਂ ਹਰ ਮਿਲੈ। ਫਿਰ ਮਾਲਕ ਮਿਲੇਗਾ ਤੇ ਫਿਰ ਤਾਂ ਹਉਮੈ ਵਿੱਚੋਂ ਜਾਏ। ਕਿਉਂਕਿ ਮਹਾਰਾਜ ਕਹਿੰਦੇ ਹਉਮੈ ਸਭ ਸਰੀਰ ਹੈ, ਹਉਮੈ ਉਪਤ ਹੋਏ। ਇਹ ਜਿੰਨੇ ਸਰੀਰ ਨੇ, ਸਰੀਰ ਕਿਉਂ? ਮਤਲਬ ਕਹਿੰਦੇ ਜੇ ਹਉਮੈ ਨਾ ਹੁੰਦੀ ਤੁਹਾਡੇ ਵਿੱਚ ਤੇ ਤੁਸੀਂ ਅੱਜ ਇੱਥੇ ਦੁਨੀਆ 'ਚ ਨਹੀਂ ਸੀ ਹੋਣਾ। ਕਿੱਥੇ ਬੈਠੇ ਹੁੰਦੇ ਆਪਾਂ ਜੇ ਹਉਮੈ ਨਾ ਸਾਡੇ 'ਚ ਹੁੰਦੀ? ਅਸੀਂ ਸੱਚ 'ਚ ਹੁੰਦੇ। ਤੇ ਫਿਰ ਸੰਸਾਰ 'ਚ ਕਿਉਂ ਆਏ ਬੈਠੇ ਆ? ਕਿਉਂਕਿ ਹਉਮੈ ਸੀ ਸਾਡੇ ਵਿੱਚ। ਕਹਿੰਦੇ ਇਹ ਸਰੀਰ ਹੀ ਤਾਂ ਪ੍ਰਗਟ ਹੁੰਦਾ ਹੈ, ਇਹ ਸਰੀਰ ਵਿੱਚ ਹੀ ਤਾਂ ਮਨ ਨੂੰ ਫਿੱਟ ਕੀਤਾ ਜਾਂਦਾ ਕਿਉਂਕਿ ਉਹਦੇ 'ਚ ਹਉਮੈ ਆ। ਜਿਹਦੇ 'ਚ ਹਉਮੈ ਆ ਉਹਨੂੰ ਜੂਨ 'ਚ ਪਾਇਆ ਜਾਂਦਾ। ਹਉਮੈ ਸਭ ਸਰੀਰ ਹੈ। ਜਿੰਨੇ ਸਰੀਰ ਆ ਇਹਨਾਂ ਦੇ ਵਿੱਚ ਮਨ ਤਾਂ ਫਿੱਟ ਕੀਤੇ ਹੋਏ ਆ, ਤਾਂ ਇਹਨਾਂ ਨੂੰ ਵਿੱਚ ਭੇਜਿਆ ਕਿਉਂਕਿ ਹਉਮੈ 'ਚ ਸੀ। ਹਉਮੈ ਉਪਤ ਹੋਏ। ਸੰਸਾਰ ਉਦੋਂ ਪ੍ਰਗਟ ਹੁੰਦਾ ਹੈ ਜਦੋਂ ਮਨਾਂ ਦੇ ਵਿੱਚ ਹਉਮੈ ਹੋ ਜਾਂਦੀ ਹੈ। ਜਦੋਂ ਮਨਾਂ ਦੀ ਹਉਮੈ ਖਤਮ ਹੋ ਜਾਂਦੀ, ਸੰਸਾਰ ਵੀ ਖਤਮ ਹੋ ਜਾਂਦਾ ਹੈ। ਕਹਿੰਦੇ ਹਉਮੈ ਵੱਡਾ ਗੁਬਾਰ ਹੈ, ਹਉਮੈ ਵਿੱਚ ਬੁੱਝ ਨਾ ਸਕੈ ਕੋਈ। ਹਉਮੈ ਇੰਨਾ ਵੱਡਾ ਗੁਬਾਰ ਹੈ, ਇੰਨਾ ਧੰਦੂਕਾਰ ਹੈ ਕਿ ਉਹਦੇ ਵਿੱਚ ਕੁਝ ਬੁੱਝਿਆ ਨਹੀਂ ਜਾ ਸਕਦਾ। ਜਿਵੇਂ ਆਮ ਸੜਕ ਤੇ ਧੁੰਦ ਹੋ ਜਾਂਦੀ ਹੈ, ਉਧਰੋਂ ਰਾਤ ਪੈ ਜਾਵੇ, ਉਧਰੋਂ ਧੁੰਦ ਹੋ ਜਾਵੇ, ਤੇ ਸੜਕ ਤੇ ਰਸਤਾ ਜਿਹੜਾ ਕਾਰ ਦੇ ਵਿੱਚ, ਮੋਟਰਸਾਈਕਲ 'ਚ ਜਾਂ ਪੈਦਲ ਬੁੱਝਿਆ ਨਹੀਂ ਜਾਂਦਾ ਵੀ ਅੱਗੇ ਕੀ ਆ। ਹੁਣ ਬ੍ਰਹਮ ਦਾ ਗਿਆਨ ਗੁਰਬਾਣੀ ਗੁਰੂ ਦੇ ਰਹੇ ਨੇ, ਗੁਰਮੁਖ ਦੇ ਰਹੇ ਨੇ। ਸਾਨੂੰ ਨਾਮ ਜਪਿਆ ਜਾ ਰਿਹਾ, ਜਪਾਇਆ ਜਾ ਰਿਹਾ, ਸਮਝਾਏ, ਸਾਨੂੰ ਫਿਰ ਸਮਝ ਕਿਉਂ ਨਹੀਂ ਆ ਰਿਹਾ? ਕਿਉਂਕਿ ਜਿਹੜੀ ਮੈਂ ਪਹਿਲੋਂ ਗੱਲ ਕਹੀ ਆ, ਅੰਦਰ ਹਉਮੈ ਦੇ ਪਹਾੜ ਲੱਗੇ ਪਏ ਆ। ਅੰਦਰ ਮੈਲ ਇੰਨੀ ਹੋਈ ਪਈ ਹੈ ਕਿ ਜਿਵੇਂ ਕਹਿੰਦੇ ਨੇ ਇਹਦਾ ਦਿਮਾਗ ਡਲ ਹੋ ਗਿਆ। ਆਮ ਆਪਾਂ ਕਹਿ ਦਿੰਦੇ ਆ ਨਾ ਕਿ ਨਾੜਾਂ ਕਮਜ਼ੋਰ ਹੋ ਗਈਆਂ, ਇਹਨੂੰ ਸਮਝ ਨਹੀਂ ਆਉਂਦਾ। ਇਸ ਕਰਕੇ ਮਨ ਦੇ ਵਿੱਚ ਹਉਮੈ ਜ਼ਿਆਦਾ ਹੋਣ ਕਰਕੇ ਮਨ ਨੂੰ ਸਮਝ ਨਹੀਂ ਆਉਂਦੀ ਪਈ। ਤੇ ਫਿਰ ਕਹਿੰਦੇ ਕੁਛ ਸਮਝਣ ਦੀ ਲੋੜ ਨਹੀਂ।
ਇੱਕ ਹੀ ਚੀਜ਼ ਸਮਝ ਲਓ ਕਿ ਮੈਂ ਸ਼ਬਦ ਦੀ ਕਮਾਈ ਕਰਨੀ ਹੈ। ਚਾਹੇ ਉਦਮ ਕਰਕੇ ਕਰੋ, ਚਾਹੇ ਧੱਕੇ ਨਾਲ ਕਰੋ, ਚਾਹੇ ਆਰਾਮ ਨਾਲ ਕਰੋ, ਚਾਹੇ ਸਹਿਜ ਨਾਲ ਕਰੋ, ਕਰਨੀ ਹੈ। ਕਿਉਂਕਿ ਜਿਵੇਂ ਆਪਾਂ ਦੇਖਦੇ ਆ ਨਾ, ਜਦੋਂ ਮਿਹਦੇ ਦੇ ਵਿੱਚ ਗਰਮੈਸ਼ ਬੈਠ ਜਾਂਦੀ ਹੈ, ਲੀਵਰ ਦੇ ਵਿੱਚ ਗਰਮੈਸ਼ ਬੈਠ ਜਾਂਦੀ ਹੈ, ਤੇ ਜੇ ਆਪਾਂ ਉੱਪਰੋਂ ਕੋਈ ਖਾਣਾ ਖਾਂਦੇ ਆ, ਰੋਟੀ ਖਾਂਦੇ ਆ, ਜਾਂ ਕੁਝ ਵੀ ਕੋਈ ਦੁੱਧ ਪੀਂਦੇ ਆ, ਤੇ ਉਹ ਪਚਦਾ ਨਹੀਂ, ਉਹ ਬਾਹਰ ਨਿਕਲ ਜਾਂਦਾ। ਤੇ ਜਦੋਂ ਮਿਹਦੇ 'ਚ ਗਰਮੈਸ਼ ਬੈਠ ਜਾਵੇ, ਫਿਰ ਡਾਕਟਰ ਕੀ ਕਰਦੇ ਆ ਵੀ ਇਹ ਤੁਹਾਨੂੰ ਇੱਕਦਮ ਰੋਟੀ ਜਾਂ ਇਹ ਭਾਰੀਆਂ ਚੀਜ਼ਾਂ ਨਹੀਂ ਪਚਣੀਆਂ, ਪਹਿਲਾਂ ਹੌਲੀ ਹੌਲੀ ਥੋੜਾ ਥੋੜਾ ਲਿਕੁਇਡ ਲਓ, ਪਾਣੀ ਲਓ, ਕੋਈ ਜੂਸ ਲੈ ਲਓ, ਕੋਈ ਅਨਾਜ ਦਾ ਪਾਣੀ, ਦਲੀਏ ਦਾ ਪਾਣੀ, ਖਿਚੜੀ ਦਾ ਪਾਣੀ ਕੱਢ ਕੇ ਪੀਓ। ਇਹ ਜਿਵੇਂ ਥੋੜੀ ਥੋੜੀ ਖੁਰਾਕ ਜਿਹੜੀ ਆ ਅੰਦਰ ਤੁਹਾਡੇ ਜਾਊਗੀ, ਉਹ ਮਿਹਦੇ ਦੀ ਗਰਮੈਸ਼ ਕੱਢੂਗੀ, ਮਿਹਦਾ ਚਾਲੂ ਹੋਊਗਾ, ਫਿਰ ਸਹਿਜ 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 ਜਾ ਕੇ ਤੁਹਾਨੂੰ ਖਾਣਾ ਪਚਣਾ ਸ਼ੁਰੂ ਹੋਏਗਾ। ਇਸੇ ਤਰੀਕੇ ਸਾਡਾ ਮਨ ਜਿਹੜਾ ਹੈ ਇੰਨੇ ਯੁਗਾਂ ਤੋਂ ਅਗਨ ਦੇ ਵਿੱਚ ਰਹਿਣਾ ਸਿੱਖ ਗਿਆ ਹੈ, ਸਾਡੇ ਅੰਦਰ ਇੰਨੀ ਅਗਨ ਹੋ ਗਈ ਹੈ, ਸਾਨੂੰ ਮਹਿਸੂਸ ਨਹੀਂ ਹੁੰਦੀ। ਕਿਉਂਕਿ ਅਸੀਂ, ਉਹ ਕਹਿੰਦੇ ਨਾ, ਜਿਵੇਂ ਚਿੱਕੜ ਦੇ ਵਿੱਚ ਰਹਿਣ ਵਾਲੇ ਡੱਡੂ ਹੁੰਦੇ ਆ, ਉਹਨਾਂ ਨੂੰ ਕੋਈ ਪਤਾ ਨਹੀਂ ਅਸੀਂ ਚਿੱਕੜ ਦੇ ਵਿੱਚ ਆ, ਖੂਹ ਦੇ ਡੱਡੂ ਹੁੰਦੇ ਆ। ਗੰਦ ਦੇ ਵਿੱਚ ਰਹਿ ਰਹਿ ਕੇ, ਕਿਰਮਾਂ ਦੇ ਨਾਲ ਆਪਾਂ ਰਹਿ ਰਹਿ ਕੇ, 9 ਦਰਵਾਜ਼ਿਆਂ 'ਚ ਰਹਿ ਰਹਿ ਕੇ ਆਪਾਂ ਨੂੰ ਪਤਾ ਨਹੀਂ ਲੱਗ ਰਿਹਾ। ਹੁਣ ਜਦੋਂ ਵਾਹਿਗੁਰੂ ਸ਼ਬਦ ਆਪਾਂ ਮਨ ਦੇ ਵਿੱਚ ਪਾਉਣੇ ਆ ਨਾ, ਉਹ ਪਚਦਾ ਨਹੀਂ ਹੈਗਾ ਬਿਲਕੁਲ ਵੀ, ਨਾ ਤਾਂ ਉਹ ਖਾਧਾ ਜਾਂਦਾ ਵਾਹਿਗੁਰੂ ਸਿਮਰਨ। ਕਿਉਂਕਿ ਵਾਹਿਗੁਰੂ ਚੀਜ਼ ਜਿਹੜੀ ਹੈ ਉਹ ਬਹੁਤ ਜ਼ਿਆਦਾ ਠੰਡੀ ਹੈ, ਭਾਰੀ ਆ, ਡਾਢੀ ਹੈ। ਉਹ ਜਦੋਂ ਗੁਰਮੁਖ ਕਹਿੰਦੇ ਕਿ ਵਾਹਿਗੁਰੂ ਖਾਓ, ਇਹਨੂੰ ਜਪੋ, ਇਹਨੂੰ ਅੰਦਰ ਵਸਾਓ, ਉਹ ਮਨ ਦੇ ਵਿੱਚ ਇੰਨੀ ਗਰਮੈਸ਼ ਆ, ਉਹ ਚੱਕ ਚੱਕ ਕੇ ਬਾਹਰ ਮਾਰਦਾ। ਮਾੜਾ ਜਿਹਾ ਪਾਉਨੇ ਉਹ ਬਾਹਰ ਨਿਕਲ ਜਾਂਦਾ, ਮਾੜਾ ਜਿਹਾ ਪਾਉਨੇ ਉਹ ਬਾਹਰ ਨਿਕਲ ਜਾਂਦਾ। ਕੀ ਬਾਹਰ ਨਿਕਲਦਾ ਤੇ ਅੰਦਰ ਕੀ ਜ਼ੋਰ ਕਰਦੇ ਆ? ਉਹ ਜਿਹੜੀ ਗਰਮੈਸ਼, ਉਹ ਫੁਰਨੇ ਵਸੇ ਹੋਏ ਆ। ਇਸ ਕਰਕੇ ਗੁਰਮੁਖ ਕਹਿੰਦੇ ਆ ਵੀ ਤੁਹਾਡੇ ਤੋਂ ਇੱਕੋ ਵਾਰ ਜਿਹੜਾ ਹੈ ਇਹ ਅੱਠੇ ਪਹਿਰ ਦੀ ਅਵਸਥਾ ਨਹੀਂ ਬਣਨੀ। ਤੁਸੀਂ ਕੀ ਕਰੋ? ਤੁਸੀਂ ਸੰਗਤ ਚ ਆਓ। ਸੰਗਤ ਵਿੱਚ ਜਦੋਂ ਤੁਸੀਂ ਆਓਗੇ ਤੇ ਸੰਗਤ ਦੇ ਵਿੱਚ ਜਿਹੜਾ ਹੈ ਅੰਮ੍ਰਿਤ ਰਸ ਦ੍ਰਿਸ਼ਟੀ ਦੁਆਰਾ, ਗਿਆਨ ਦੁਆਰਾ, ਇਹਨਾਂ ਨੂੰ ਥੋੜਾ ਸੁੱਤੇ ਪਏ, ਦ੍ਰਿਸ਼ਟੀ ਦੁਆਰਾ, ਗਿਆਨ ਦੁਆਰਾ ਉੱਥੇ ਅੰਮ੍ਰਿਤ ਵੰਡਿਆ ਜਾਂਦਾ। ਤੇ ਜਦੋਂ ਸੰਗਤ ਵਿੱਚ ਆਓਗੇ, ਹੌਲੀ ਹੌਲੀ ਉੱਥੋਂ ਤੁਹਾਨੂੰ ਗਿਆਨ ਹੋਊਗਾ, ਅੰਮ੍ਰਿਤ ਤੁਹਾਡੇ ਅੰਦਰ ਪਊਗਾ, ਤੁਹਾਡੇ ਮਿਹਦੇ ਦੀ ਗਰਮੈਸ਼ ਨਿਕਲੇਗੀ। ਤੇ ਜੇ ਆਪਾਂ ਸੰਗਤ ਵਿੱਚ ਆ ਕੇ ਨੌਨ ਸੀਰੀਅਸ ਹੋਵਾਂਗੇ, ਜਾਂ ਸੌ ਜਾਵਾਂਗੇ, ਜਾਂ ਵਿਚਾਰ ਲਈ ਜਾਵਾਂਗੇ, ਤੇ ਫਿਰ ਮਿਹਦੇ ਦੀ ਗਰਮੈਸ਼ ਨਹੀਂ ਨਿਕਲਣੀ। ਜਦੋਂ ਫਿਰ ਸੰਗਤ ਵਿੱਚ ਸਾਰੀਆਂ ਸੁਰਤੀਆਂ ਰਲ ਕੇ ਆਪਾਂ ਨਾਮ ਜਪਦੇ ਆ ਨਾ, ਉਹ ਫਿਰ ਹੌਲੀ 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 ਸਾਡੇ ਅੰਦਰ ਦੀ ਗਰਮੈਸ਼ ਕੱਢਦਾ। ਮਨ ਦੇ ਵਿੱਚ ਗਰਮੈਸ਼ ਬਹੁਤ ਹੋ ਚੁੱਕੀ ਆ। ਆਮ ਤੌਰ ਤੇ ਕਈ ਗੁਰਮੁਖ ਜ਼ਿਆਦੇ ਜਪ ਲੈਣ ਜਾਂ ਜ਼ਿਆਦੇ ਸਹਿਜ ਵਿੱਚ ਬੈਠੇ ਰਹਿਣ, ਕਹਿੰਦੇ ਸਾਨੂੰ ਤਾਂ ਅੱਜ ਪਤਾ ਹੀ ਨਹੀਂ ਲੱਗਾ, BP ਜਿਹਾ ਡਾਊਨ ਹੋਇਆ ਪਿਆ, ਹੋਰ ਹੀ ਮਨ ਆਲਸ ਜੇ ਦੇ ਵਿੱਚ ਆਇਆ ਪਿਆ। ਕਿਉਂਕਿ ਗਰਮੈਸ਼ ਇੰਨੀ ਰਹਿਣ ਦੇ ਵਿੱਚ ਆਦਤ ਪੈ ਗਈ ਆ। ਜੋ ਸਾਡੇ ਥਿਰ ਘਰ ਦਾ ਲੈਵਲ ਹੈ, ਜੋ ਸਾਡੇ ਥਿਰ ਘਰ ਦਾ ਮੌਸਮ ਆ, ਜੋ ਸਾਡੇ ਥਿਰ ਘਰ ਦੀ, ਉਹਦਾ ਆਨੰਦ ਹੀ ਨਹੀਂ ਲੈ ਪਾ ਰਹੇ। ਕਈ ਗੁਰਮੁਖ ਬਾਹਲੇ ਆ, ਉਹ ਸਿਮਰਨ ਕਰਦੇ ਆ, ਜਾਂ ਕੋਈ ਕਿਰਪਾ ਹੋਣ ਲੱਗ ਜਾਂਦੀ, ਉਹ ਡਰ ਜਾਂਦੇ ਆ। ਪਤਾ ਨਹੀਂ ਇੱਕਦਮ ਸਰੀਰ ਸੁੰਨ ਜਿਹਾ ਹੋ ਗਿਆ ਜੀ, ਪਤਾ ਨਹੀਂ ਇੱਕਦਮ ਜੀ ਇਹ ਠੰਡ ਜੀ ਚੜ ਗਈ ਜੀ, ਪਤਾ ਨਹੀਂ। ਉਹ ਅਸਲ ਤਾਂ ਉਹ ਆਨੰਦ ਆ, ਪਰ ਉਹ ਗਰਮੈਸ਼ ਇੰਨੀ ਆ, ਵਿਚਾਰਾਂ ਚ ਇੰਨੇ ਆ, ਜਦੋਂ ਕਿਰਪਾ ਹੋਣ ਲੱਗ ਜਾਂਦੀ ਤਾਂ ਵੀ ਡਰ ਜਾਂਦੇ ਆ। ਕਿਉਂਕਿ ਪਤਾ ਹੀ ਨਹੀਂ ਨਾ ਹੈਗਾ ਆਨੰਦ ਕੀ ਹੈ। ਜਦੋਂ ਕੋਈ ਸਹਿਜ ਆਉਣ ਲੱਗਦੀ, ਇੱਕ ਗੁਰਮੁਖ ਦਾ ਫੋਨ ਆਇਆ, ਕਹਿੰਦੇ ਮੈਨੂੰ ਤਾਂ ਐਂ ਲੱਗਾ ਜੀ ਮੈਂ ਮਰਨ ਲੱਗਾ, ਬਸ ਮੈਂ ਤਾਂ ਡਰ ਗਿਆ। ਤੇ ਮੈਂ ਕਿਹਾ ਮਰਨਾ ਹੀ ਤਾਂ ਸਿੱਖਣਾ। ਜੇ ਹਜੇ ਮਰਨ ਤੋਂ ਡਰ ਲੱਗਦਾ, ਫਿਰ ਅਸੀਂ ਭਗਤੀ ਨਹੀਂ ਕਰ ਸਕਦੇ। ਮਰਨਾ ਹੀ ਤਾਂ ਸਿੱਖਣਾ। ਮਰਨਾ ਸੱਚ ਆ, ਜਿਉਣਾ ਝੂਠ ਹੈ। ਸੋ ਇਸ ਕਰਕੇ ਮਹਾਰਾਜ ਕਹਿੰਦੇ ਆ ਕਿ ਜੇ ਮਨ ਦੀ ਗਰਮੈਸ਼ ਨੂੰ ਕੱਢਣਾ ਚਾਹੁੰਦੇ ਆ, ਮਨ ਦੇ ਔਗਣ ਕੱਢਣਾ ਚਾਹੁੰਦੇ ਆ, ਤੇ ਇਹ ਸ਼ਬਦ ਗੁਰੂ ਦੀ ਸੇਵਾ ਕਰਨੀ ਪਊਗੀ। ਤੇ ਇਸ ਕਰਕੇ ਤੁਹਾਡੇ ਮਨ ਦੇ ਵਿੱਚ, ਸਾਡੇ ਮਨਾਂ ਦੇ ਵਿੱਚ ਇੰਨੀ ਗਰਮੈਸ਼ ਹੋਈ ਪਈ ਆ, ਜੇ ਸਿੱਧਾ ਤੁਸੀਂ ਕਹਿੰਦੇ ਹੋ ਵੀ ਸਹਿਜ ਧੁੰਨ ਤੇ ਬੈਠ ਜਾ, ਸ਼ਬਦ ਸੁਣ ਲਈਏ, ਉਹ ਬਹਿੰਦਾ ਹੀ ਨਹੀਂ। ਕਿਉਂ? ਕਿਉਂਕਿ ਅੰਦਰ ਜਿਵੇਂ ਕੋਈ ਛੋਟਾ ਬੱਚਾ ਹੁੰਦਾ ਨਾ, ਉਹਦਾ ਮਾਜਨਾ ਬਹੁਤ ਛੋਟਾ ਹੁੰਦਾ। ਉਹਨੂੰ ਜੇ ਆਪਾਂ 1 2 3 4 ਬੁਰਕੀਆਂ ਖਵਾਵਾਂਗੇ, 5ਵੀਂ ਬੁਰਕੀ ਉਹ ਖਾਂਦਾ ਹੀ ਨਹੀਂਗਾ, ਭੱਜ ਜਾਂਦਾ।
ਇਸੇ ਤਰੀਕੇ ਮਨ ਦਾ ਮਾਜਨਾ ਹੈ ਨਹੀਂਗਾ। ਉਹ ਮਾੜਾ ਮੋਟਾ ਕੋ 5-4 ਮਿੰਟ ਐਵੇਂ ਸ਼ਬਦ ਜਿਹਾ ਸੁਣਿਆ ਭਗਤੀ ਕੋ ਕੀਤੀ ਨਾ ਕੀਤੀ, ਉਹ ਸੁਣ ਚ ਭੱਜ ਜਾਂਦਾ, ਵਿਚਾਰਾਂ ਚ ਭੱਜ ਜਾਂਦਾ। ਇਹ ਗੁਰਮੁਖੋ ਮਿਹਨਤ ਕਰਕੇ ਇਹਨੇ ਮਨ ਨੇ ਥਿਰ ਹੋਣਾ, ਨਿਸਲ ਹੋਣਾ। ਜਿਵੇਂ ਮਿਹਦੇ ਦਾ ਰੋਗ ਆ, ਪੇਟ ਦੇ ਰੋਗ ਆ, ਹੌਲੀ ਹੌਲੀ ਜਿਵੇਂ ਕੋਈ ਦਵਾਈ ਲੈਂਦੇ ਆ, ਡਾਕਟਰ ਕੋਲ ਜਾਣਾ ਪੈਂਦਾ, ਐਕਸਰਸਾਈਜ਼ ਕਰਨੀ ਹੁੰਦੀ, ਹੌਲੀ ਹੌਲੀ ਦੂਰ ਹੁੰਦਾ ਨਾ, ਇਵੇਂ ਮਨ ਦੇ ਰੋਗ ਆ, ਇਹ ਕਹੇ ਸੁਣੇ ਦੇ ਨਾਲ ਦੂਰ ਨਹੀਂ ਹੋਣੇ, ਇਹ ਕੀਤੇ ਦੇ ਨਾਲ ਦੂਰ ਹੋਣੇ ਆ। ਤਾਂ ਮਹਾਰਾਜ ਜੀ ਕਹਿੰਦੇ ਆ, ਪਿਰੋ ਵਿਸ਼ੁਨੀਆਂ ਭੀ ਮਿਲੈ, ਜੇ ਸਤਿਗੁਰ ਲਾਗੈ ਸਾਚੇ ਪਾਏ। ਸਤਿਗੁਰ ਸਦਾ ਦਿਆਲ ਹੈ, ਔਗਣ ਸ਼ਬਦ ਜਲਾਏ। ਔਗਣ ਸ਼ਬਦ ਜਲਾਏ, ਦੂਜਾ ਭਾਉ ਗਵਾਏ। ਸੱਚੇ ਹੀ ਸੱਚ ਰਾਤੀ, ਸੱਚੇ ਸ਼ਬਦ ਸਦਾ ਸੁਖ ਪਾਇਆ। ਸੱਚੇ ਸ਼ਬਦ ਸਦਾ ਸੁਖ ਪਾਇਆ, ਹਉਮੈ ਗਈ ਪਰਾਤੀ। ਪਿਰ ਨਿਰਮਾਇਲ ਸਦਾ ਸੁਖ ਦਾਤਾ, ਨਾਨਕ ਸਭ ਦੇ ਮਿਲਾਏ। ਪਿਰੋ ਵਿਸ਼ੁਨੀਆਂ ਭੀ ਮਿਲੈ, ਜੇ ਸਤਿਗੁਰ ਲਾਗੇ ਸਾਚੇ ਪਾਏ। ਜਦੋਂ ਅਸੀਂ ਸ਼ਬਦ ਨੂੰ ਸੁਣਦੇ ਹਾਂ ਜਾਂ ਸ਼ਬਦ ਦੀ ਅਸੀਂ ਵਿਆਖਿਆ ਸੁਣਦੇ ਹਾਂ, ਸੁਣਨ ਨੂੰ ਤਾਂ ਇਹ ਚੀਜ਼ ਛੋਟੀ ਜਿਹੀ ਲੱਗਦੀ ਹੈ, ਪਰ ਜਿਹੜਾ ਗੁਰਮੁਖ ਸ਼ਬਦ ਨੂੰ ਕਮਾਉਣਾ ਸਿੱਖ ਗਿਆ, ਉਸ ਸਹਿਜ ਧੁਨ ਨੂੰ ਕਮਾਉਣਾ ਸਿੱਖ ਗਿਆ, ਇਸ ਗੁਰਮੰਤਰ ਨੂੰ ਕਮਾਉਣਾ ਸਿੱਖ ਗਿਆ, ਬਸ ਇੰਨਾ ਹੀ ਗਿਆਨ ਚਾਹੀਦਾ, ਇੰਨਾ ਹੀ ਗਿਆਨ ਚਾਹੀਦਾ। ਜਿਵੇਂ ਕੋਈ ਇੱਕ ਸ਼ਰਾਬ ਪੀਣ ਦਾ ਆਦੀ ਸੀ, ਉਹ ਸ਼ਰਾਬ ਪੀ ਲੈਂਦਾ, ਪਰ ਉਹਨੂੰ ਆਪ ਦੇ ਘਰ ਦਾ ਥੋੜਾ ਜਿਹਾ ਅੰਦਾਜ਼ਾ ਸੀ, ਹੋ ਜਾਂਦਾ ਸੀਗਾ, ਉਨੀ ਕੋ ਸ਼ਰਾਬ ਪੀ ਲੈਂਦਾ ਤੇ ਸ਼ਾਮ ਨੂੰ ਡਿੱਗਦਾ ਢਹਿੰਦਾ ਆਪ ਦੇ ਘਰ ਦੇ ਵਿੱਚ ਆ ਕੇ ਜਾ ਕੇ ਸੋ ਜਾਂਦਾ। ਇੱਕ ਦਿਨ ਉਸ ਸ਼ਰਾਬੀ ਨੂੰ ਕੋਈ ਐਸੀ ਉਹਨੂੰ ਸੰਗਤ ਮਿਲੀ, ਮਨਮੁਖ ਮਿਲੇ, ਉਹਨਾਂ ਸ਼ਰਾਬ ਪਿਆਤੀ ਜ਼ਿਆਦਾ, ਉਹ ਨਸ਼ਈ ਹੋ ਗਿਆ ਜ਼ਿਆਦਾ। ਉਹ ਡਿੱਗਦਾ ਢਹਿੰਦਾ ਅੰਦਾਜ਼ੇ ਨਾਲ ਉਸੇ ਤਰੀਕੇ ਆਪ ਦੇ ਘਰ ਕੋਲ ਤਾਂ ਆ ਗਿਆ, ਪਰ ਫਿਰ ਵੀ ਅੱਖਾਂ ਦੇ ਵਿੱਚੋਂ ਧੁੰਦਲਾ ਦਿਖੇ, ਕਨਫਰਮ ਨਾ ਹੋਵੇ, ਕਿਉਂਕਿ ਸ਼ਰਾਬ ਜਿਹੜੀ ਆ ਉਹ ਦਿਮਾਗ ਦੀਆਂ ਨਸਾਂ ਕਮਜ਼ੋਰ ਕਰ ਦਿੰਦੀ ਆ, ਗਿਆਨ ਨਹੀਂ ਰਹਿੰਦਾ, ਸੋਚਣ ਸ਼ਕਤੀ ਘਟ ਜਾਂਦੀ ਹੈ। ਤੇ ਆਪ ਦੇ ਘਰ ਦੇ ਅੱਗੇ ਬੈਠ ਕੇ ਲੋਕਾਂ ਨੂੰ ਰੋਕੇ ਕਹਿੰਦਾ, ਮੈਨੂੰ ਮੇਰੇ ਘਰ ਛੱਡਿਓ, ਮੈਨੂੰ ਮੇਰੇ ਘਰ ਛੱਡਿਓ ਕਹਿੰਦਾ। ਤੇ ਉਹ ਕਹਿੰਦੇ, ਤੂੰ ਮੂਰਖ ਹੈ, ਘਰ ਦੇ ਅੱਗੇ ਹੀ ਤਾਂ ਬੈਠਾ। ਕਹਿੰਦਾ, ਨਹੀਂ, ਇਹ ਮੇਰਾ ਘਰ ਨਹੀਂ ਹੈਗਾ। ਸ਼ਰਾਬ ਦਾ ਨਸ਼ਾ ਇੰਨਾ ਸੀ। ਫਿਰ ਉਹਦੀ ਮਾਂ ਬਾਹਰ ਆਈ, ਉਹ ਕਹਿੰਦਾ, ਮੈਨੂੰ ਮਾਂ ਤੂੰ ਇੱਥੇ ਕਿਵੇਂ, ਆਪਾਂ ਚੱਲ ਘਰ ਚੱਲੀਏ। ਕਹਿੰਦੀ, ਬੇਟਾ ਇਹ ਘਰ ਤਾਂ ਹੈਗਾ। ਕਹਿੰਦਾ, ਇਹ ਆਪਣਾ ਥੋੜਾ ਨਾ ਘਰ ਆ, ਨਸ਼ੇ ਸੀ। ਫਿਰ ਇੱਕ ਰੇਹੜੀ ਵਾਲਾ ਲੰਘਦਾ ਪਿਆ ਸੀਗਾ, ਬੈਲ ਗੱਡੀ ਵਾਲਾ, ਉਹਨੂੰ ਕਹਿਣ ਲੱਗਾ, ਮੈਨੂੰ ਮੇਰੇ ਘਰ ਛੱਡਿਆ। ਉਹ ਕਹਿੰਦਾ, ਆ ਜਾ, ਬੈਠ ਜਾ, ਰੇਹੜੀ ਤੇ ਬੈਠ, ਤੈਨੂੰ ਛੱਡ ਕੇ ਆਉਣਾ। ਉਹ ਰੇਹੜੀ ਤੇ ਬੈਠ ਗਿਆ। ਉਹਨੇ ਸਾਰਾ ਪਿੰਡ ਉਹਨੂੰ ਘੁਮਾਇਆ, ਕਦੇ ਕਿਸੇ ਗਲੀ ਚ ਲੈ ਜੇ, ਕਦੇ ਕਿਸੇ ਗਲੀ ਚ ਲੈ ਜੇ, ਕਦੇ ਕਿਸੇ ਗਲੀ ਚ ਲੈ ਜੇ, ਘੁਮਾਉਂਦਾ ਘੁਮਾਉਂਦਾ। ਕਹਿੰਦਾ, ਦੇਖ ਇੱਥੇ ਤਾਂ ਨਹੀਂ, ਦੇਖ ਇੱਥੇ ਤਾਂ ਨਹੀਂ, ਦੇਖ ਇੱਥੇ ਤਾਂ ਨਹੀਂ। ਉਹ ਜਦੋਂ ਥੋੜੇ ਧੱਕੇ ਧੁੱਕੇ ਖਾਂਦਾ ਰਿਹਾ ਨਾ ਉਹਦੇ ਤੇ ਬਹਿ ਕੇ, ਉਹਨੇ ਨੂੰ ਉਹਦਾ ਸ਼ਰਾਬ ਦਾ ਨਸ਼ਾ ਧੱਕੇ ਖਾ ਖਾ ਕੇ ਨਾ ਵੀ ਸਫ਼ਰ ਕਰੀ ਜਾਵੇ, ਉਤਰ ਗਿਆ। ਗੇੜਾ ਦੇ ਕੇ ਜਦੋਂ ਉਹਨੇ ਦੇਖਿਆ ਵੀ ਸ਼ਰਾਬ ਦਾ ਨਸ਼ਾ ਉਤਰਿਆ, ਕਹਿੰਦਾ ਉੱਥੇ ਹੀ ਲੈ, ਕਹਿੰਦਾ ਆ ਰਿਹਾ ਮੇਰਾ ਘਰ, ਇੱਥੇ ਹੀ ਤਾਰ ਦੇ। ਕਹਿੰਦਾ, ਇਹ ਕੀ? ਕਹਿੰਦਾ, ਕਈ ਵਾਰੀ ਸਾਰਾ ਕੁਝ ਹੱਥ ਦੇ ਵਿੱਚ ਹੀ ਹੁੰਦਾ, ਪਰ ਫਿਰ ਵੀ ਨਾ ਜਿਹੜੀ ਅਕਲ ਹੈ ਉਹ ਧੱਕੇ ਖਾ ਕੇ ਹੀ ਆਉਂਦੀ ਹੈ। ਉਸੇ ਤਰੀਕੇ ਸਾਡੇ ਮਨ ਦੀ ਅਵਸਥਾ ਹੈ। ਇੱਕ ਕਥਾ ਆ, ਕਹਾਣੀ ਸੀ, ਕਹਾਣੀ ਹੁੰਦੀ ਆ ਕਹੀ ਸੁਣੀ ਗੱਲ। ਸਾਡੇ ਮਨ ਨੂੰ ਗੁਰਬਾਣੀ ਬੜਾ ਸੌਖਾ ਕਰਕੇ ਸਮਝਾਉਂਦੇ ਪਏ ਆ ਕਿ ਮਾਲਕ ਤੇਰੇ ਅੰਦਰ ਆ, ਘਰ ਤੇਰੇ ਸਾਹਮਣੇ ਆ, ਸ਼ਬਦ ਦੀ ਤੂੰ ਸੇਵਾ ਕਰ ਲਾ। ਪਰ ਸਾਡਾ ਮਨ ਵਿਚਾਰਾਂ ਦੇ ਵਿੱਚ ਇੰਨਾ ਕੁ ਨਸ਼ਈ ਹੋ ਗਿਆ, ਉਹ ਕਹੀ ਹੋਈ ਗੱਲ ਨੂੰ ਕਹਿੰਦਾ, ਨਾ ਇਹ ਤਾਂ ਹੈ ਹੀ ਨਹੀਂ ਨਾ, ਕੋਈ ਹੋਰ ਤਰੀਕਾ ਦੱਸੋ ਜੀ, ਕੋਈ ਬਟਨ ਦੱਸ ਦਿਓ, ਦੱਬ ਦਈਏ, ਕੋਈ ਪੁਆਇੰਟ ਦੱਸੋ ਜੀ, ਬਸ ਉੱਥੇ ਧਿਆਨ ਲਾਈਏ ਤੇ ਸਿੱਧਾ ਹੀ ਬਸ। ਉਹ ਕਹਿੰਦਾ, ਆਹੀ ਤਾਂ ਹੈ, ਹੋਰ ਕਿਹੜਾ ਪੁਆਇੰਟ ਹੈ ਇਸ ਤੋਂ ਵੱਡਾ? ਗੁਰਮੁਖ ਕਹਿੰਦੇ, ਇਸ ਤੋਂ ਵੱਡਾ ਹੋਰ ਕਿਹੜਾ ਪੁਆਇੰਟ ਹੈ?
ਪਰ ਉਹ ਨਹੀਂ ਸਮਝਦਾ। ਜਿਹੜਾ ਆਸਾਨ ਕਰਕੇ ਸਮਝਾਤਾ ਵੀ ਸ਼ਬਦ ਜਪ ਲਓ, ਸਹਿਜ ਧੁਨ ਪ੍ਰਗਟ ਹੋਏਗੀ, ਸਹਿਜ ਧੁਨ ਨੂੰ ਸੁਣਨਾ ਸਿੱਖ ਲਓ, ਤੁਹਾਡੇ ਤੇ ਕਿਰਪਾ ਹੋ ਜਾਏਗੀ, ਉਹ ਨਹੀਂ ਸਿੱਖਦਾ। ਪਰ ਗੁਰੂ ਸਮਰੱਥ ਹੁੰਦਾ। ਜਦੋਂ ਫਿਰ ਉਹ ਗੁਰੂ ਕੋਲ ਆ ਕੇ ਫਿਰ ਕਹਿੰਦੇ ਨਾ ਪਤਾ ਹੀ ਨਹੀਂ ਲੱਗਾ ਜੀ। ਦੇਖੋ ਸੌਖੀ ਖੇਲ ਆ ਸਾਹਮਣੇ ਸਾਡਾ ਘਰ ਆ, ਅੰਦਰ ਸਾਡੇ ਘਰ ਆ, ਸੋਨੀ ਸੋਨਾ ਸੱਚ। ਫਿਰ ਗੁਰੂ ਕੀ ਕਰਦਾ, ਉਹਨੂੰ ਗਿਆਨ ਦੇ ਗੱਡੇ ਉੱਤੇ ਚੜਾ ਲੈਂਦਾ। ਜਿਵੇਂ ਉਹ ਕਹਿੰਦਾ 2 + 2 4, ਇਹ ਕਿਵੇਂ ਹੋ ਗਏ ਜੀ? ਕਹਿੰਦਾ 2 ਤੇ 2 4 ਸਿੱਖ ਲਾ। ਨਹੀਂ ਮੈਨੂੰ ਦੱਸ ਪਹਿਲਾਂ ਕਿਵੇਂ ਹੋਏ। ਫਿਰ ਉਹ ਗਿਣਤੀ ਸਿਖਾਉਂਦਾ 1 2 3 4 5 6 7 8 9 10। ਫਿਰ 1 ਤੇ 1 ਕਿੰਨੇ ਹੋਏ? 2। 1 ਤੇ 1 ਤੇ 1 ਕਿੰਨੇ ਹੋ ਗਏ? 3। 1 ਤੇ 1 ਤੇ 1 ਕਿੰਨੇ ਹੋ ਗਏ? 4। ਫਿਰ ਹੁਣ ਜੇ 1 1 2 ਹੋ ਗਏ, 1 1 2 ਹੋ ਗਏ, ਫਿਰ 2 ਤੇ 2 ਕਿੰਨੇ ਹੋ ਗਏ? ਕਹਿੰਦਾ 4। ਕਹਾਣੀ ਹੋਈ ਆ। ਜਦੋਂ ਫਿਰ ਇੰਨੇ ਉਹ ਗੁਰੂ ਦੇਖਦਾ ਕਿ ਇੰਨੇ ਮੂੜ ਹੋ ਚੁੱਕੇ ਆ, ਉਹਨਾਂ ਨੂੰ ਵਾਰ-ਵਾਰ ਗਿਆਨ ਦਿੰਦਾ ਹੈ, ਵਾਰ-ਵਾਰ ਕਹਾਣੀਆਂ ਕਰਦਾ ਹੈ, ਵਾਰ-ਵਾਰ ਗਿਆਨ ਦਿੰਦਾ ਹੈ, ਵਾਰ ਕਹਾਣੀ ਹੋਈ ਆ। ਆਉਣਾ ਫਿਰ ਇੱਥੇ ਹੀ ਆ, ਸਾਹਮਣੇ ਆਉਣਾ ਉਸੇ ਸ਼ਬਦ 'ਚ ਹੀ ਹੈ। ਜਿਹੜਾ ਪਹਿਲੇ ਸਟੈਪ ਤੇ ਮੰਨ ਗਿਆ, ਸਿੱਖ ਗਿਆ, ਉੱਥੇ ਹੀ ਆ। ਪਰ ਕੀ ਹੈ, 1430 ਅੰਗ ਦੇ ਵਿੱਚ ਵਾਰ-ਵਾਰ ਸ਼ਬਦ, ਵਾਰ-ਵਾਰ ਕਹਾਣੀ, 36 ਗੁਰਮੁਖ ਇਕੱਠੇ ਕਰਕੇ ਕਹਾਣੀ ਉਹ ਇੱਕ ਨਾਮ ਦੀ ਕਰ ਰਹੇ ਆ। ਇਹ ਨਹੀਂ ਕਬੀਰ ਸਾਹਿਬ ਕਿਸੇ ਹੋਰ ਪਾਸੇ ਦੀ ਲਿਜਾ ਰਹੇ ਆ, ਨਾਮਦੇਵ ਜੀ ਕਿਤੇ ਹੋਰ ਪਾਸੋਂ ਦੀ ਲਿਜਾ ਰਹੇ ਆ, ਜਾਂ ਗੁਰੂ ਨਾਨਕ ਸਾਹਿਬ ਨੇ ਕਿਸੇ ਨੀਲੇ ਪ੍ਰਕਾਸ਼ ਦੀ ਗੱਲ ਕਰਤੀ ਆ, ਗੁਰੂ ਅੰਗਦ ਦੇਵ ਕਹਿੰਦੇ ਨਹੀਂ ਇਧਰੋਂ ਲਾਲ ਪ੍ਰਕਾਸ਼ ਹੋ ਜਾਂਦਾ ਜੀ, ਜਾਂ ਕਿਸੇ ਭਗਤ ਨੇ ਕੋਈ ਨਵਾਂ ਬਾਈਪਾਸ ਕੱਢਿਆ ਵੀ ਇਧਰੋਂ ਦੀ ਲੰਘ ਜਿਆ ਕਰੋ। ਗੱਲ ਉਹੀ ਆ। ਪਰ ਉਹਨਾਂ ਦੇ ਕਹਿਣ, ਸੁਣਨ, ਬੋਲਣ ਦੇ, ਕਿਉਂਕਿ ਅਸੀਂ ਮੂੜ ਇੰਨੇ ਹੋ ਚੁੱਕੇ ਆ, ਨਸ਼ਈ ਇੰਨੇ ਹੋ ਚੁੱਕੇ ਆ, ਉਹ ਸ਼ਰਾਬੀ ਦੀ ਤਰ੍ਹਾਂ ਬੈਠੇ ਆਪਦੇ ਘਰ ਦੇ ਸਾਹਮਣੇ ਆ, ਬੈਠੇ ਦਰ ਤੇ ਆ, ਬੈਠੇ ਆਪਦੇ ਘਰ ਦੇ ਵਿੱਚ ਆ, ਦਰ ਤੇ ਆ, ਮਾਲਕ ਸਾਡੇ ਅੰਦਰ ਆ, ਪਰ ਅਗਿਆਨਤਾ ਦਾ ਨਸ਼ਾ ਇੰਨਾ ਹੋ ਚੁੱਕਿਆ ਕਿ ਸਾਨੂੰ ਪਤਾ ਹੀ ਨਹੀਂ ਲੱਗ ਰਿਹਾ ਕੁਛ। ਬਹੁਤ ਸੌਖੀ ਚੀਜ਼ ਆ। ਫਿਰ ਉਹ ਹੌਲੀ ਹੌਲੀ ਜਿਹੜਾ ਫਿਰ ਗੁਰੂ ਨੂੰ ਪਤਾ ਲੱਗ ਜਾਂਦਾ, ਉਹਨੂੰ ਗਿਆਨ ਕਰਾਉਂਦਾ, ਨਾਲ ਨਾਲ ਵਾਰ-ਵਾਰ, ਜਿਵੇਂ ਇੱਕ ਸ਼ਰਾਬੀ ਨੂੰ ਉਤਾਰਨ ਵਾਸਤੇ ਉਹਨੂੰ ਗੋਲੀਆਂ ਦਿੱਤੀਆਂ ਜਾਂਦੀਆਂ ਨਾ, ਵਾਰ-ਵਾਰ ਸਾਡੇ ਅਗਿਆਨਤਾ ਦਾ, ਹਉਮੈ ਦਾ ਨਸ਼ਾ ਉਤਾਰਨ ਵਾਸਤੇ ਉਹ ਸਾਨੂੰ ਵਾਹਿਗੁਰੂ ਵਾਹਿਗੁਰੂ ਇਹਦੀ ਗੋਲੀ ਦਿੰਦਾ। ਇਹ ਕਿ ਹੌਲੀ ਹੌਲੀ ਇਹਦੇ ਦਿਮਾਗ ਦੇ, ਇਹਦਾ ਮਨ ਦਾ, ਇਹਦੇ ਗਿਆਨ ਇੰਦਰੀਆਂ, ਕਰਮ ਇੰਦਰੀਆਂ ਦਾ ਨਸ਼ਾ ਉਤਰੇ, ਗਰਮੈਸ਼ ਉਤਰੇ, ਤੇ ਫਿਰ ਇਹ ਆਪ ਦੇ ਘਰ ਦੀ ਪਛਾਣ ਕਰ ਲਵੇ। ਮਹਾਰਾਜ ਨੇ ਕਹਿ ਦਿੱਤਾ ਹੈ, ਪਿਰ ਨਿਰਮਾਇਲ ਸਦਾ ਸੁਖ ਦਾਤਾ। ਪਿਰ ਬਹੁਤ ਨਿਰਮਲ ਹੈ, ਸੁੱਖਾਂ ਦਾ ਦਾਤਾ ਹੈ, ਨਾਨਕ ਸ਼ਬਦ ਮਿਲਾਏ। ਲੋ, ਜੇ ਆਪਾਂ ਇਸ ਸ਼ਬਦ ਇੱਕ ਸ਼ਬਦ ਦਾ, ਮੈਂ ਪੂਰਾ ਸ਼ਬਦ ਨਹੀਂ ਪੜਿਆ, ਇਹ 5 ਪੰਕਤੀਆਂ ਪੜੀਆਂ ਮੈਂ। ਪਹਿਲੀ ਪੰਕਤੀ ਦੇ ਵਿੱਚ ਕੀ ਕਹਿੰਦੇ ਨੇ? ਸਤਿਗੁਰ ਸਦਾ ਦਿਆਲ ਹੈ, ਔਗਣ ਸ਼ਬਦ ਜਲਾਏ। ਇੱਕ ਵਾਰ ਕਿਹਾ। ਫਿਰ ਕਹਿੰਦੇ ਔਗਣ ਸ਼ਬਦ ਜਲਾਏ, ਦੂਜਾ ਭਾਉ ਗਵਾਏ, ਸੱਚੇ ਹੀ ਸੱਚ ਰਾਤੀ। ਦੂਜੀ ਵਾਰੀ ਫਿਰ ਸ਼ਬਦ ਦੀ ਵਡਿਆਈ। ਤੀਜੀ ਵਾਰ ਕਹਿੰਦੇ ਸੱਚੇ ਸ਼ਬਦ ਸਦਾ ਸੁਖ ਪਾਇਆ, ਹਉਮੈ ਗਈ ਭਰਾਤੀ। ਫਿਰ ਤੀਜੀ ਵਾਰੀ ਸੱਚੇ ਸ਼ਬਦ ਦੀ ਗੱਲ ਹੈ। ਪਿਰ ਨਿਰਮਾਇਲ ਸਦਾ ਸੁਖ ਦਾਤਾ, ਨਾਨਕ ਸ਼ਬਦ ਮਿਲਾਏ। ਫਿਰ ਚੌਥੀ ਵਾਰੀ ਸ਼ਬਦ ਦੀ ਗੱਲ ਕੀਤੀ ਹੈ। ਪਿਰੋ ਵਿਸ਼ੁੰਨੀਆਂ ਭੀ ਮਿਲਿਆ, ਜੇ ਸਤਿਗੁਰ ਲਾਗੇ ਸੱਚੇ ਪਾਏ। 5 ਪੰਕਤੀਆਂ ਦੇ ਵਿੱਚ 4 ਵਾਰ ਕਿਹਾ ਕਿ ਸ਼ਬਦ ਦੇ ਤੁਹਾਡਾ ਹਉਮੈ ਕੱਟਣੀ ਹੈ, ਸ਼ਬਦ ਨੇ ਤੁਹਾਡੇ ਔਗਣ ਕੱਟਣੇ ਹੈ, ਸ਼ਬਦ ਨੇ ਤੁਹਾਡੇ ਔਗਣ ਕੱਟ ਕੇ ਤੁਹਾਡਾ ਮਿਲਾਪ ਕਰਾ ਦੇਣਾ ਹੈ, ਦੂਜਾ ਭਾਉ ਗਵਾ ਦੇਣਾ, ਤੇ ਸੱਚੇ ਦੇ ਨਾਲ ਤੁਸੀਂ ਰੰਗੇ ਜਾਓਗੇ। ਲਓ, ਹੁਣ ਤੁਸੀਂ ਸ਼ਬਦ ਦੀ ਕਮਾਈ ਕਰਨੀ ਹੈ। ਮੁੱਖ ਦੀ ਗੱਲ ਇਹ ਹੈ, ਸ਼ਬਦ ਤੋਂ ਹੀ ਜੋਤ ਪ੍ਰਗਟ ਹੈ, ਸ਼ਬਦ ਤੋਂ ਹੀ ਅੰਮ੍ਰਿਤ ਪ੍ਰਗਟ ਹੈ, ਸ਼ਬਦ ਤੋਂ ਹੀ ਸਾਡੀ ਅਵਸਥਾ ਪ੍ਰਗਟ ਹੋਣੀ ਹੈ, ਸੱਚੇ ਸ਼ਬਦ ਤੋਂ। ਸੱਚਾ ਸ਼ਬਦ ਕਿਵੇਂ ਪ੍ਰਗਟ ਹੋਏਗਾ? ਜਿਹੜਾ ਗੁਰੂ ਨੇ ਮੰਤਰ ਸਾਨੂੰ ਦਿੱਤਾ ਹੈ, ਜਦੋਂ ਅਸੀਂ ਉਸ ਮੰਤਰ ਨੂੰ ਜਪਾਂਗੇ। ਫਿਰ ਕਹਿੰਦੇ ਊਠਤ ਸੁਖੀਆ, ਬੈਠਤ ਸੁਖੀਆ, ਭਉ ਨਾ ਲੱਗੈ ਜਾਇਸੇ ਬੁਝੀਆ। ਫਿਰ ਉੱਠਦਿਆਂ ਬਹਿੰਦਿਆਂ ਸੁਖ ਹੋਣਾ, ਜਦੋਂ ਇਸ ਤਰੀਕੇ ਬੁੱਝ ਲਿਆ। ਰਾਖਾ ਏਕ ਹਮਾਰਾ ਸੁਆਮੀ, ਸਗਲ ਘਟਾ ਕਾ ਅੰਤਰਜਾਮੀ। ਉਹ ਰਾਖਾ ਫਿਰ ਆ ਜਾਂਦਾ। ਸੋਏ ਅਚਿੰਤਾ ਜਾਗ ਚਿੰਤਾ, ਜਹਾਂ ਕਹਾਂ ਪ੍ਰਭ ਤੂੰ ਵਰਤੰਤਾ। ਘਰ ਸੁਖ ਵਸਿਆ। ਘਰ ਕਿਹੜਾ? ਕਿੱਥੇ ਸੁਖ ਆ? ਕਿਹੜਾ ਘਰ ਆ ਸਾਡਾ? ਘਰ ਸੁਖ ਵਸਿਆ। ਕਿਹੜੇ ਘਰ ਦੀ ਗੱਲ ਦੱਸੀ ਹੈ? ਦੱਸੋ। ਹਾਂਜੀ, ਹਾਂ, 10ਵੇਂ ਘਰ ਦੀ। ਘਰ ਸੁਖ ਵਸਿਆ, ਬਾਹਰ ਸੁਖ ਪਾਇਆ। ਬਾਹਰ ਕਿਹੜਾ?
ਸਰੀਰ ਵਿੱਚ ਵੀ ਸੁੱਖ ਹੋ ਗਿਆ। ਜਿੰਨੀ ਦੇਰ ਤੱਕ ਘਰ 'ਚ ਬੈਠੇ ਰਹੇ, ਹੁਣੇ ਦੱਸਿਆ ਨਾ, ਜਿਵੇਂ ਆਪਾਂ ਘਰ 'ਚ ਬੈਠੇ ਸੀ, ਘਰ ਦਾ ਸੁੱਖ ਹੀ ਸੁੱਖ ਸੀਗਾ। ਜਦੋਂ ਫਿਰ ਬਾਹਰ ਸਰੀਰ ਦੇ ਵਿੱਚ ਆ ਗਏ, ਬਾਹਰ ਸੁੱਖ ਪਾਇਆ। ਕਿਵੇਂ? ਕਹਿੰਦੇ ਕਹੋ ਨਾਨਕ ਗੁਰ ਮੰਤਰ ਦ੍ਰਿੜਾਇਆ। ਜਿਹੜਾ ਗੁਰੂ ਨੇ ਸਾਨੂੰ ਮੰਤਰ ਦਿੱਤਾ ਸੀ, ਜਦੋਂ ਦ੍ਰਿੜ ਕੀਤਾ, ਘਰ ਵੀ ਸੁੱਖ ਹੋ ਗਿਆ, ਬਾਹਰ ਵੀ ਸੁੱਖ ਹੋ ਗਿਆ। ਸ਼ਬਦ ਦਾ ਖੇਲ ਹੈ। ਆਓ ਫਿਰ ਆਪਾਂ ਸ਼ਬਦ ਗੁਰੂ ਮੰਤਰ ਦਾ ਅਭਿਆਸ ਕਰਕੇ ਤੇ ਸੁਰਤੀ ਅਸੀਂ ਅੰਦਰਲੇ ਸ਼ਬਦਾਂ ਦੇ ਨਾਲ ਜੋੜੀਏ, ਜਿਨ੍ਹਾਂ ਨੂੰ ਸੁਣ ਸੁਣ ਕੇ ਸਾਡੇ ਔਗਣ ਖਤਮ ਹੋਣੇ ਨੇ ਤੇ ਸਾਡੇ ਵੀ ਮਨ ਦੇ ਮਿਹਦੇ ਦੀ ਗਰਮੈਸ਼ ਨਿਕਲੇ, ਹਿਰਦੇ ਦੇ ਵਿੱਚੋਂ ਗਰਮੈਸ਼ ਨਿਕਲੇ, ਤਾਂ ਕਿ ਉੱਥੇ ਸ਼ਬਦ ਆ ਕੇ ਵਾਸ ਕਰੇ। ਸ਼ਬਦ ਵਾਸ ਕਰੇਗਾ ਤੇ ਮਨ ਅੱਗੇ ਚੱਲੇਗਾ। ਜੇ ਕੱਲਾ ਗਿਆਨ ਵੀ ਵਾਸ ਕਰ ਜਾਵੇ, ਕੱਲੀਆਂ ਕਹਾਣੀਆਂ ਵੀ ਵਾਸ ਕਰ ਜਾਣ, ਮਨ ਅੱਗੇ ਨਹੀਂ ਚੱਲੇਗਾ। ਆਓ ਫਿਰ ਕਰੋ ਸ਼ਬਦ ਦਾ ਅਭਿਆਸ। ਕਰੋ ਸ਼ੁਰੂ ਜੀ। ਵਾਹਿਗੁਰੂ 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 ਅੱਜ ਜ਼ਿਆਦਾ ਲੰਬਾ ਨਹੀਂ ਕਰਨਾ, ਆਪਾਂ ਛੋਟੇ ਚ ਕਰਨਾ। ਇਸ ਤਰ੍ਹਾਂ ਵਾਹਿਗੁਰੂ ਵਾਹਿਗੁਰੂ। ਹਾਂਜੀ, ਰੋਕ ਰੋਕ ਕੇ, ਆਵਾਜ਼ ਮੱਧਮ ਹੈ। ਹਾਂ, ਦੇਖੋ ਪਹਿਲਾਂ ਸੁਣੋ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇਸ ਤਰ੍ਹਾਂ ਵਾਹਿਗੁਰੂ ਵਾਹਿਗੁਰੂ। ਇਸ ਤਰ੍ਹਾਂ ਸਭ ਤੋਂ ਜਲਦੀ ਗੁਰੂ ਮੰਤਰ ਵੱਸਦਾ ਅੰਦਰ ਸਾਡੇ। ਹਾਂ, ਸਭ ਤੋਂ ਸੌਖੀ ਵਿਧੀ ਹੈ ਇਹ। ਸਭ ਤੋਂ ਪਹਿਲਾਂ ਗੁਰੂ ਮੰਤਰ ਵੱਸਦਾ ਇਸ ਵਿਧੀ ਨਾਲ। ਗੁਰੂ ਵਾਹਿਗੁਰੂ 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 ਵਾਹਿਗੁਰੂ। ਥੋੜੀ ਜਿਹੀ ਆਵਾਜ਼ ਘੱਟ ਆਵਾਜ਼, ਥੋੜਾ। ਵਾਹਿਗੁਰੂ ਆਨੰਦ ਵਾਲਾ ਕਰਿਆ ਕਰੋ, ਆਨੰਦ ਚ। ਥੋੜੀ ਆਵਾਜ਼ ਘਟਾਓ ਨਾ, ਫਿਰ ਨਾ ਉੱਥੇ ਲੈ ਗਾ। ਗੁਰੂ ਵਾਹਿਗੁਰੂ। ਸਿਰਫ ਕੰਠ ਤੱਕ ਰੱਖੋ, ਬਸ ਗਲੇ ਤੋਂ ਹੀ ਆਵਾਜ਼ ਆਵੇ, ਕੰਠ ਤੱਕ। ਵਾਹਿਗੁਰੂ। ਸ਼ਬਦ ਲੰਬਾ ਨਹੀਂ ਲੈ ਕੇ ਜਾਣਾ, ਕੰਠ ਤੱਕ ਬਸ। ਸੁਣੋ ਪਹਿਲਾਂ ਇਸ ਤਰ੍ਹਾਂ ਸੁਣੋ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਹਾਂ, ਜਪੋ। ਹਾਂ, ਕੰਠ ਤੱਕ। ਹਰ ਕਾ ਨਾਮ ਰੱਖ ਕੰਠ ਪਰੋਏ, ਕੰਠ ਚ ਪਰਵੋ ਇਹਨੂੰ। ਗੁਰੂ ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕੰਠ ਤੱਕ, ਬਸ ਕੰਠ ਤੱਕ ਕਰਨਾ। ਵਾਹਿਗੁਰੂ ਵਾਹਿਗੁਰੂ। ਮੈਂ ਨਾਮ ਹਰਿ ਕਾ ਹਾਰ, ਕੰਠੇ ਸਾਚ ਸ਼ਬਦ ਨਿਸ਼ਾਨਿਆ। ਕੰਠ 'ਚ ਸੱਚਾ ਸ਼ਬਦ। ਵਾਹਿਗੁਰੂ 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 ਹਾਂ, ਇਸ ਤਰ੍ਹਾਂ। ਔਰ ਸੁਰਤੀ ਅੰਦਰ ਸਹਿਜ ਧੁਨ ਨਾਲ। ਜੇ ਗੁਰੂ ਕਿਰਪਾ ਕਰੂਗਾ ਉਹ ਸਹਿਜ ਧੁਨ ਇੱਥੇ ਕੰਠ 'ਚ ਆ ਕੇ ਚੱਲਣੀ ਆ, ਤੇ ਫਿਰ ਅੰਮ੍ਰਿਤ ਰਸ ਪੈਣਾ, ਫਿਰ ਹਰੀ ਦਾ ਹਾਰ ਪੈ ਜਾਣਾ ਤੁਹਾਡੇ ਗਹਿਣਿਆਂ ਦਾ। ਇਹ ਗੁਰਮੰਤਰ ਇੱਕ ਝਾੜੂ ਦੀ ਤਰ੍ਹਾਂ ਹੈ, ਅੱਗੇ ਅੱਗੇ ਸਫਾਈ ਕਰਦਾ ਜਾਂਦਾ ਹੈ, ਪਿੱਛੇ ਪਿੱਛੇ ਸਤਿਗੁਰ ਆਉਂਦੇ ਜਾਂਦੇ। ਇਹ ਦਾਸ ਹੈ ਸਤਿਗੁਰ ਦਾ, ਕਰੋ ਸਫਾਈ। ਵਾਹਿਗੁਰੂ 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 ਇਹ ਤੁਸੀਂ ਮਾਲਾ ਪਰੋ ਰਹੇ ਹੋ ਵੱਡੇ ਭਾਗ। ਵਾਹਿਗੁਰੂ ਵਾਹਿਗੁਰੂ। ਸਾਹ ਦੀ ਮਾਲਾ ਚੱਲਦੀ ਹੈ ਤੇ ਕੰਠ 'ਚ ਪਰੋਣੇ ਪਏ ਹੋ, ਵੇਖੋ ਕਿੱਡੇ ਭਾਗ ਆ। ਵਾਹਿਗੁਰੂ। ਇਹ ਆ ਸਵਾਸਾਂ ਦੀ ਮਾਲਾ ਤੇ ਉਹਦਾ ਨਾਮ ਸਿਮਰਦੇ ਪਏ। ਵਾਹਿਗੁਰੂ 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 ਵਾਹਿਗੁਰੂ। ਸਹਿਜ 'ਚ ਨਹੀਂ ਜਾਣਾ ਗੁਰਮੁਖੋ, ਸਹਿਜ 'ਚ ਨਹੀਂ ਜਾਣਾ, ਬੋਲ ਕੇ ਕਰੋ। ਵਾਹਿਗੁਰੂ ਵਾਹਿਗੁਰੂ ਵਾਹ। ਆਵਾਜ਼ ਬੇਸ਼ੱਕ ਥੋੜੀ ਜਿਹੀ ਹੋਰ ਸਹਿਜ ਕਰ ਲਓ, ਆਨੰਦ ਬਣੇ, ਕਿਉਂਕਿ ਅੰਦਰੋਂ ਮਿਲਣਾ ਨਾ, ਬਾਹਰੋਂ ਨਹੀਂ ਮਿਲਣਾ ਉਹਨੇ, ਅੰਦਰੋਂ। ਗੁਰੂ ਵਾਹਿਗੁਰੂ 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 ਗੁਰਮੁਖੋ ਸਹਿਜ 'ਚ ਨਹੀਂ ਜਾਣਾ, ਸਾਵਧਾਨ। ਸਹਿਜ ਨਹੀਂ ਆਣਾ। ਆਵਾਜ਼ ਥੋੜੀ ਜਿਹੀ ਘੱਟ।
ਇਸ ਵਿਧੀ ਨਾਲ ਤੁਹਾਡੀ ਨੀਂਦ ਖਤਮ ਹੋ ਜਾਊਗੀ। ਜਿਹੜੇ ਕਹਿੰਦੇ ਸ਼ਬਦ ਸੁਣਦਿਆਂ ਨੀਂਦ ਆਉਂਦੀ ਆ, ਕੰਠ ਤੱਕ ਰੱਖਣਾ ਬਸ, ਤੇ ਨਾਲ ਨਾਲ ਸ਼ਬਦ ਸੁਣੀ ਜੋ ਪੋਲਾ ਪੋਲਾ। ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਬਹੁਤ ਵਧੀਆ। ਇਸੇ ਵਿਧੀ ਬਾਰੇ ਜੋ ਆਪਾਂ ਹੁਣ ਲਾਈ ਹੈ, ਕੰਠ ਦੇ ਵਿੱਚ ਜਿਹੜਾ ਆਪਾਂ ਨਾਮ ਜਪਿਆ ਨਾਲ ਸ਼ਬਦ ਨੂੰ ਸੁਣਿਆ, ਗੁਰੂ ਅਰਜਨ ਦੇਵ ਜੀ ਮਹਾਰਾਜ ਸਮਝਾਉਂਦੇ ਆ, ਕੰਠ ਰਮਣੀਐ ਰਾਮ ਰਾਮ। ਕਹਿੰਦੇ ਕੰਠ ਦੇ ਵਿੱਚ ਰੱਖ ਕੇ ਰਮਣੀਐ ਹੁੰਦਾ ਸਹਿਜ ਸਹਿਜ ਬੋਲਣਾ। ਕੰਠ ਰਮਣੀਐ ਰਾਮ ਰਾਮ ਮਾਲਾ ਹਸਤ ਊਚ ਪ੍ਰੇਮ ਧਾਰਣੀ ਜੀ ਪਣੀ ਜੋ ਉੱਤਮ ਸ਼ਲੋਕ ਉਦਰਣ ਨੈਣ ਨੰਦਨੀ। ਫਿਰ ਕਹਿੰਦੇ ਜਿਹੜਾ ਨੈਣਾਂ ਦੇ ਵਿੱਚ ਨੀਂਦ ਆ ਜਾਂਦੀ ਹੈ, ਮਨ ਵਿਕਾਰਾਂ 'ਚ ਡੁੱਬ ਜਾਂਦਾ ਹੈ, ਔਰ ਜਿਹੜੀ ਇਹ ਮਾਇਆ ਜਾਲ ਪਾ ਕੇ ਤੁਹਾਨੂੰ ਸੁਆ ਦਿੰਦੀ ਹੈ ਨਾ, ਜਦੋਂ ਇਸ ਤਰ੍ਹਾਂ ਕੰਠ ਤੱਕ ਹੌਲੀ ਹੌਲੀ ਸਹਿਜ ਦੇ ਵਿੱਚ ਸਿਮਰਨ ਕਰੋਗੇ, ਨਾਲ ਬਾਣੀ ਨੂੰ ਸੁਣੋਗੇ, ਇਹ ਖਤਮ ਹੋ ਜਾਊਗਾ। ਇਹ ਵਿਧੀ ਦੱਸੀ ਸਾਨੂੰ। ਹੁਣ ਜਿਹੜੇ ਅਸੀਂ ਅੰਤਰਗਤ ਸ਼ਬਦ ਸੁਣਦੇ ਆਂ, ਪਹਿਲੀ ਸਟੇਜ ਤੇ ਸ਼ਬਦ ਤਾਂ ਨਹੀਂ ਸੁਣੇ ਜਾਂਦੇ ਕਿਉਂਕਿ ਸਾਡੇ ਮਨ ਦੇ ਵਿੱਚ ਅਗਨ ਜ਼ਿਆਦਾ ਹੈ, ਤੇ ਅਗਨ ਨੂੰ ਬੁਝਾਉਣ ਦੇ ਲਈ ਜਿਵੇਂ ਆਮ ਡਾਕਟਰ ਦਵਾਈਆਂ ਦਿੰਦੇ ਆ ਨਾ, ਤੇ ਦਵਾਈਆਂ ਦੇ ਵਿੱਚ ਇੱਕ ਆਇਰਨ ਹੁੰਦਾ, ਕਹਿੰਦੇ ਆਇਰਨ ਨਾਲ ਨਹੀਂ ਬਣਨਾ, ਕੈਲਸ਼ੀਅਮ ਵੀ ਦੇਣਾ ਪੈਣਾ, ਤੈਨੂੰ ਜ਼ਿੰਕ ਵੀ ਦੇਣੀ ਪੈਣੀ ਆ, ਇੱਕ ਮਲਟੀ ਵਿਟਾਮਿਨ ਦਿੰਦੇ ਆ। ਐਵੇਂ ਮਨ ਦੀ ਜਿਹੜੀ ਅਗਨ ਖਤਮ ਕਰਨੀ ਹੈ, ਉਹਦੇ ਵਾਸਤੇ ਕੱਲਾ ਵਾਹਿਗੁਰੂ ਵਾਹਿਗੁਰੂ ਕਰਕੇ ਨਹੀਂ ਤੁਹਾਡੀ ਗੱਲ ਬਣਨੀ। ਤੁਹਾਨੂੰ ਸਭ ਤੋਂ ਪਹਿਲਾਂ ਤਾਂ ਸੰਗਤ ਵਿੱਚ ਆ ਕੇ ਜਿਹੜੀ ਗਿਆਨ ਦੀ ਗੱਲ ਆ, ਉਹ ਦਵਾਈ ਵੀ ਲੈਣੀ ਪੈਣੀ ਹੈ। ਫਿਰ ਉਹਦੇ ਤੋਂ ਬਾਅਦ ਤੁਹਾਨੂੰ ਇੱਕ ਚਿੱਤ ਹੋਣਾ ਵੀ ਪੈਣਾ, ਤੇ ਇਹ ਸਿਮਰਨ ਵੀ ਨਾਲ ਕਰਨਾ ਪੈਣਾ, ਤੇ ਨਾਲ ਸ਼ਬਦ ਵੀ ਸੁਣਨਾ ਪੈਣਾ। ਇਹ ਸਾਰਾ ਜਦੋਂ ਵਿਧੀ ਇਹ ਦਵਾਈ ਲਓਗੇ ਤੇ ਫਿਰ ਤੁਹਾਡੇ ਅੰਦਰ ਦਾ ਜਿਹੜਾ ਇਹ ਗਰਮੈਸ਼ ਖਤਮ ਹੋ ਜਾਊਗੀ। ਤੇ ਸਭ ਤੋਂ ਵੱਡੀ ਗੱਲ ਇਹ ਹੈ, ਆਮ ਕਈ ਘਰਾਂ ਦੇ ਵਿੱਚ ਆਪਾਂ ਦੇਖਦੇ ਹਾਂ, ਜਾਂ ਕੋਈ ਜਵਾਕ ਜਾਂ ਕੋਈ ਬੀਬੀ ਦਵਾਈ ਲੈ ਕੇ ਆਉਂਦੀ, ਦਵਾਈ ਲੈ ਕੇ ਲੈ ਕੇ ਤਾਂ ਆਉਂਦੇ ਆ ਡਾਕਟਰ ਤੋਂ, ਪਰ ਉਹਨਾਂ ਇੱਕ ਅੱਧੀ ਖੁਰਾਕ ਲੈ ਕੇ ਤੇ ਦਵਾਈ ਵਾਲਾ ਨਾ ਲਿਫਾਫਾ ਉੱਥੇ ਹੀ ਪਿਆ ਰਹਿੰਦਾ। ਕਈ ਘਰਾਂ 'ਚ ਰਿਵਾਜ ਹੁੰਦਾ ਨਾ ਵੀ ਦਵਾਈ ਲੈ ਤਾਂ ਆਉਣਗੇ ਪਰ ਲੈਂਦੇ ਨਹੀਂ, ਤੇ ਆਮ ਉਹ ਇਸੇ ਗੱਲ ਤੋਂ ਡਾਂਟ ਵੀ ਕਰਦੇ ਵੀ ਜੇ ਲੈਣੀ ਨਹੀਂ ਸੀ ਤੇ ਫਿਰ ਇੰਨੇ ਪੈਸੇ ਕਿਉਂ ਲਾਏ। ਆਮ ਹੋ ਜਾਂਦੀ ਗੱਲ। ਦੇਖ ਲਿਓ ਕਿੰਨੀਆਂ ਕਿੰਨੀਆਂ ਦਵਾਈਆਂ ਫਿਰ ਉਹ 10-15 ਦਿਨ ਬਾਅਦ ਸਿੱਟ ਦਿੰਦੇ ਆ, ਮਹੀਨੇ ਬਾਅਦ ਲੱਭਣ ਗਿਆ ਦਵਾਈ ਕਿਹਦੀ, ਆਪ ਦੀ ਦਵਾਈ ਨੂੰ ਕਹੀ ਜਾਣਗੇ ਆਹ ਕਿਹਦੀ ਹੈ। ਇਵੇਂ ਨਾ ਸੰਗਤ ਦੇ ਵਿੱਚ ਵੀ ਕਈ ਆਉਂਦੇ ਨੇ, ਉਹ ਸਾਰੇ ਇੱਥੋਂ ਮੋਤੀ ਹੀਰੇ ਲੈ ਜ਼ਰੂਰ ਜਾਂਦੇ ਆ, ਪਰ ਉਹਨਾਂ ਨੂੰ ਲਿਜਾ ਕੇ ਨਾ ਤੇ ਫਿਰ ਥੋੜੇ ਕੁ ਦਿਨਾਂ ਬਾਅਦ ਵੀ ਉਹ ਆਪਦੇ ਵੇਖ ਵੀ ਆਹ ਕਿਹਦੇ ਮੋਤੀ ਸੱਟੋ, ਕਮਾਉਂਦੇ ਨਹੀਂ। ਮਤਲਬ ਕਹਾਣੀ ਇਹ ਹੈ ਵੀ ਡਾਕਟਰ ਵੀ ਇਹ ਕਹਿੰਦਾ ਵੀ ਜੇ ਤੁਸੀਂ ਦਵਾਈ ਨਾ ਲਓਗੇ ਤੇ ਰੋਗ ਨਹੀਂ ਖਤਮ ਹੋਣਾ। ਇਸੇ ਤਰੀਕੇ ਜੇ ਆਪਾਂ ਗਿਆਨ ਨੂੰ ਨਾ ਕਮਾਵਾਂਗੇ ਨਾ, ਵੀ ਹੌਲੀ ਹੌਲੀ ਇਹਨੂੰ ਅੱਗੇ ਦੀ ਅੱਗੇ ਚੱਲਾਂਗੇ ਨਾ ਤੇ ਫਿਰ ਇਹ ਕੰਮ ਨਹੀਂ ਆਉਂਦਾ, ਇਹ ਮੋਤੀ ਫਿਰ ਬਿਖਰ ਜਾਂਦੇ ਆ। ਠੀਕ ਹੈ ਨਾ ਜੀ। ਸੰਗਤ ਵਿੱਚ ਤਾਂ ਆ ਸਕਦਾ ਹੈ, ਸੰਗਤ ਵਿੱਚ ਆਉਣ ਤੋਂ ਬਾਅਦ ਵੱਡੇ ਭਾਗਾਂ ਵਾਲੇ ਫਿਰ ਉਸ ਗੱਲ ਨੂੰ ਕਮਾਉਂਦੇ ਆ। ਕਿਵੇਂ? ਕਹਿੰਦੇ ਗੁਰਮੁਖ ਹਰ ਵੇਖੈ, ਗੁਰਮੁਖ ਹਰ ਬੋਲੈ, ਗੁਰਮੁਖ ਹਰ ਸਹਿਜ ਰੰਗ ਲਾਇਆ। ਫਿਰ ਗੁਰਮੁਖ ਕੀ ਕਰਦੇ ਆ? ਹਰੀ ਨੂੰ ਦੇਖਦੇ ਵੀ ਆ, ਗੁਰਮੁਖ ਹਰੀ ਦੇ ਬਾਰੇ ਬੋਲਦੇ ਵੀ ਆ। ਤੇ ਇਸ ਤਰੀਕੇ ਜਦੋਂ ਹਰੀ ਨੂੰ ਦੇਖ ਕੇ ਹਰੀ ਹਰੀ ਵਾਹਿਗੁਰੂ ਨੂੰ ਦੇਖਦਿਆਂ ਹੋਇਆਂ ਵਾਹਿਗੁਰੂ ਵਾਹਿਗੁਰੂ ਬੋਲਾਂਗੇ, ਉਹ ਉਦੋਂ ਬੋਲਾਂਗੇ
ਜਦੋਂ ਮਨ ਦੀ ਅਗਿਆਨਤਾ ਖਤਮ ਹੋਊਗੀ ਤੇ ਮਾਲਕ ਅੱਗੋਂ ਪ੍ਰਗਟ ਹੋ ਜਾਣਗੇ। ਇਹ ਜਿਵੇਂ ਆਪਾਂ ਕਈ ਵਾਰੀ ਸਹਿ ਸੁਭਾਏ ਆਪਾਂ ਲੰਬਾ ਸਿਮਰਨ ਕਰਦੇ ਹਾਂ, ਇਹ ਸਾਨੂੰ ਸੁੰਨ ਲਿਆਉਂਦਾ, ਨੀਂਦ ਲਿਆਉਂਦਾ। ਤੇ ਕਈ ਗੁਰਮੁਖਾਂ ਨੂੰ ਜਿਨ੍ਹਾਂ ਨੂੰ ਪ੍ਰੋਬਲਮ ਹੈ ਕਿ ਥੋੜਾ ਸਿਮਰਨ ਕਰਦੇ ਨੀਂਦ ਆ ਜਾਂਦੀ ਆ ਜਾਂ ਸ਼ਬਦ ਸੁਣਦਿਆਂ ਨੀਂਦ ਆ ਜਾਂਦੀ ਆ, ਉਹਨਾਂ ਨੇ ਫਿਰ ਜ਼ਿਆਦਾ ਹੀ ਲੰਬਾ ਇਹ ਸਹਿਜ ਸਿਮਰਨ ਨਹੀਂ ਕਰਨਾ ਹੁੰਦਾ, ਕਿਉਂਕਿ ਨੀਂਦ ਤਾਂ ਪਹਿਲੋਂ ਆਉਂਦੀ ਹੈ, ਉਤੋਂ ਲੰਬਾ ਲੰਬਾ ਸਿਮਰਨ ਹੋਰ ਕਰਦੇ ਆ। ਉਹਨਾਂ ਇਸ ਤਰ੍ਹਾਂ ਸਿਮਰਨ ਸਵਾਸ ਰੋਕ ਰੋਕ ਕੇ, ਜਾਂ ਸਭ ਤੋਂ ਵਧੀਆ ਵੀ ਕੰਠ ਤੱਕ ਜੋ ਆਪਾਂ ਕੀਤਾ ਇਸ ਤਰੀਕੇ ਕਰਨਾ। ਕੰਠ ਵਾਲਾ ਵੀ ਰੋਕ ਰੋਕ ਕੇ, ਜਿਹੜਾ ਹਮੇਸ਼ਾ ਵਾਹਿਗੁਰੂ ਸਿਮਰਨ ਆ ਇਹ ਇਕੱਠਾ ਨਹੀਂ ਕਰਨਾ ਹੁੰਦਾ, ਇਹ ਥੋੜਾ ਜਿਹਾ ਰੋਕਣਾ ਹੁੰਦਾ। ਵਾਹਿਗੁਰੂ ਵਾਹਿਗੁਰੂ, ਇਹ ਡੋਰੀ ਬਣ ਜਾਂਦੀ ਹੈ। ਜਿਵੇਂ ਖੂਹ ਦੇ ਵਿੱਚੋਂ ਆਪਾਂ ਪਾਣੀ ਕੱਢਦੇ ਹਾਂ, ਜਾਂ ਆਪਾਂ ਟੈਂਕ ਹੋਵੇ ਉਹਦੇ ਚੋਂ ਪਾਣੀ ਕੱਢਣਾ ਹੋਵੇ, ਆਪਾਂ ਜਿਹੜਾ ਬਰਤਨ ਆ ਉਹਦੀ ਡੋਰੀ ਉਹਨੂੰ ਵਿੱਚ ਪਾਵਾਂਗੇ, ਫਿਰ ਥੋੜਾ ਜਿਹਾ ਬਰਤਨ ਰੋਕਦੇ ਆ ਨਾ, ਫਿਰ ਉਹਦੇ ਚ ਪਾਣੀ ਭਰਦਾ ਨਾ, ਫਿਰ ਹੌਲੀ ਹੌਲੀ ਖਿੱਚਦੇ ਆ, ਕਿ ਨੀਚੇ ਪਾਇਆ ਤੇ ਸਿੱਟ ਕੇ ਖਿੱਚ ਲਿਆ, ਉਹ ਤਾਂ ਭਰਨਾ ਹੀ ਨਹੀਂ। ਇਸ ਤਰੀਕੇ ਇਹ ਸਵਾਸਾਂ ਦੀ ਡੋਰੀ ਹੈ, ਤੇ ਸ਼ਬਦ ਦੇ ਨਾਲ ਜਿਹੜੀ ਇਹ ਸੁਰਤੀ ਨੇ ਭਾਂਡਾ ਬਣ ਜਾਣਾ। ਸੁਰਤੀ ਦਾ ਭਾਂਡਾ ਆ ਤੇ ਸਵਾਸਾਂ ਦੀ ਡੋਰ ਆ, ਤੇ ਗੁਰਮੰਤਰ ਦੇ ਨਾਲ ਜਦੋਂ ਸੁਰਤੀ ਸਵਾਸ ਦੀ ਡੋਰ ਦੇ ਵਿੱਚ ਜਾਂਦੀ ਆ, ਉਹ ਕਰਦੀ ਵਾਹਿਗੁਰੂ ਵਾਹਿਗੁਰੂ। ਤੇ ਜਿਹੜਾ ਸਾਡੀ ਨਾਭੀ ਆ, ਨਾਭੀ ਦੇ ਹੇਠਾਂ ਅੰਮ੍ਰਿਤ ਪਿਆ। ਜਦੋਂ ਹੌਲੀ ਹੌਲੀ ਇਸ ਤਰ੍ਹਾਂ ਇਹ ਜਿਵੇਂ ਬੱਚੇ ਨੂੰ ਆਪਾਂ ਕਈ ਸ਼ਬਦ ਹੁੰਦੇ ਨੇ ਕਿ ਉਹ ਹੌਲੀ ਹੌਲੀ ਉਹਨੂੰ ਸਿਖਾਣੇ ਪੈਂਦੇ ਆ, ਉਹ ਪਹਿਲਾਂ ਤੋਤਲਾ ਹੀ ਬੋਲਦਾ ਰਹਿੰਦਾ। ਇਸ ਤਰੀਕੇ ਇਹ ਜਿਹੜਾ ਵਾਹਿਗੁਰੂ ਗੁਰਮੰਤਰ ਹੈ, ਇਹ ਵੀ ਹੌਲੀ ਹੌਲੀ ਸੰਗਤ ਦੇ ਵਿੱਚ ਬੈਠ ਕੇ ਗਿਆਨ ਲੈ ਕੇ ਜਿਹੜਾ ਜਪਣਾ ਆਉਂਦਾ। ਤੇ ਫਿਰ ਇਹ ਹੌਲੀ ਹੌਲੀ ਜਦੋਂ ਇਸ ਤਰ੍ਹਾਂ ਰੋਕ ਰੋਕ ਕੇ ਆਰਾਮ ਨਾਲ, ਸਹਿਜ ਨਾਲ, ਆਨੰਦ ਨਾਲ ਕਰਨਾ, ਤੇ ਅੰਮ੍ਰਿਤ ਰਸ ਦੇ ਅੰਦਰੋਂ ਘੁੱਟਾਂ ਦੇ ਘੁੱਟ ਤੁਹਾਨੂੰ ਪਤਾ ਨਹੀਂ ਕਿੰਨਾ ਅਣਗਿਣਤ ਅੰਮ੍ਰਿਤ ਰਸ ਆਉਣ ਲੱਗ ਜਾਣਾ ਨਾਭੀ ਤੋਂ, ਗੁਰਮੰਤਰ ਨਾਲ ਹੀ। ਤੁਸੀਂ ਕਹੋਗੇ ਅਸੀਂ ਤਾਂ ਕੋਈ ਜੁਗਤੀ ਨਹੀਂ ਲਾਉਂਦੇ, ਅਸੀਂ ਤਾਂ ਸਤਿਗੁਰ ਦਾ ਨਾਮ ਹੀ ਲੈਂਦੇ ਆ, ਤੇ ਪਤਾ ਨਹੀਂ ਕਿੰਨਾ ਕੁ ਅੰਮ੍ਰਿਤ ਰਸ ਆਉਂਦਾ। ਉਹ ਅੰਮ੍ਰਿਤ ਰਸ ਜਦੋਂ ਆਊਗਾ ਉਹਨੇ ਤੁਹਾਡੇ ਮਨ ਨੂੰ ਧੋਣਾ। ਸੋ ਗੁਰਮੁਖੋ, ਇਹ ਵਿਧੀਆਂ, ਇਹ ਜੁਗਤੀਆਂ। ਆਓ ਫਿਰ 1-2 ਮਿੰਟ ਆਪਾਂ ਫਿਰ ਸਿਮਰਨ ਕਰਕੇ ਫਿਰ ਆਪਾਂ ਸਮਾਪਤੀ ਕਰੀਏ। ਹਾਂਜੀ, ਕਰੋ ਸ਼ੁਰੂ ਜੀ। ਵਾਹਿਗੁਰੂ 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 ਗੁਰੂ ਵਾਹਿਗੁਰੂ 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 ਹਾਂ, ਹੁਣ ਸਹੀ ਹੋ ਗਿਆ ਤੁਹਾਡਾ ਸਾਰਿਆਂ ਦਾ। ਗੁਰੂ ਵਾਹਿਗੁਰੂ, ਇਹ ਹਲੇ ਨਾਭੀ ਤੱਕ ਜਾ ਰਿਹਾ। ਜਿਹਨੂੰ ਆਪਾਂ ਕੰਠ ਤੱਕ ਕਰਨਾ ਨਾ, ਫਿਰ ਇਹਨੂੰ ਸ਼ਾਰਟ ਕਰ ਲਓ। ਵਾਹਿਗੁਰੂ ਵਾਹਿਗੁਰੂ, ਵੀ ਸਾਡੀ ਆਵਾਜ਼ ਜਿਹੜੀ ਸੁਰਤ ਆ ਉਹ ਕੰਠ ਤੋਂ ਹੀ ਮੁੜ ਆਵੇ ਵਾਪਸ। ਵਾਹਿਗੁਰੂ 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 ਵਾਹਿਗੁਰੂ। ਹਾਂ, ਇਹ 2 ਜੁਗਤੀਆਂ ਹੋ ਗਈਆਂ। ਜੇ ਇਸ ਨੂੰ ਨਾਭੀ ਤੱਕ ਜਾਣਾ, ਥੋੜਾ ਵੱਡਾ ਮਾ ਕਰ ਦੋ। ਵਾਹਿਗੁਰੂ 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 ਵਾਹਿਗੁਰੂ
ਨਾਲ ਸ਼ਬਦਾਂ ਨੂੰ ਸੁਣਦੇ ਰਹਿਣਾ। ਵਾਹਿਗੁਰੂ 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 ਵਾਹਿਗੁਰੂ। ਸਹਿਜ ਜਾਓ, ਹੋਰ ਸਹਿਜ, ਹੋਰ ਸਹਿਜ ਜਾਓ। ਹੁਣ ਆਪਾਂ ਸਵਾਸ ਨਾਲ ਕਰਾਂਗੇ, ਸਵਾਸ ਨਾਲ ਕਰਾਂਗੇ ਹੁਣ।